ਝਾ ਲਾਗੇ ਉਠ ਨਾਮ ਜਪ, ਨਿਸਬਾਸੁਰ ਆਰਾਧ। ਸਾਰਾ ਤੁਝੈ ਨ ਵਿਆਪਈ, ਨਾਨਕ ਮਿਟੈ ਉਪਾਦ। ਨਾਉ ਪ੍ਰਭਾਤੇ ਸ਼ਬਦ ਧਿਆਈਐ, ਛੋਡਹੁ ਦੁਨੀ ਪਰੀਤਾ। ਪ੍ਰਣਵਤ ਨਾਨਕ ਦਾਸਨ ਦਾਸਾ, ਜਗ ਹਾਰਿਆ ਤਿਨ ਜੀਤਾ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ। ਆਦੇਸ ਤਿਸੈ ਆਦੇਸ, ਆਦਿ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਆਦੇਸ ਤਿਸੈ ਆਦੇਸ, ਆਦਿ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਬਖਸ਼ਿਸ਼ ਸਦਕਾ ਆਪਾਂ ਕਥਾ ਸੰਥਿਆ ਵਿੱਚ ਇਕੱਤਰ ਹੋਏ ਹਾਂ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ। 29 ਪੌੜੀਆਂ ਸੰਪੂਰਨ ਹੋ ਗਈਆਂ। 30ਵੀਂ ਪੌੜੀ ਦਾ ਪਾਠ ਆਪਾਂ ਸਰਵਣ ਕੀਤਾ ਹੈ। ਪਹਿਲਾਂ ਆਪਾਂ ਵਿਸ਼ਰਾਮ ਤੇ ਪਾਠਾਂ ਦਾ ਨਿਰਣਾ ਜਿਹੜਾ ਹੈ ਉਹ ਸਰਵਣ ਕਰੀਏ। ਏਕਾ ਮਾਈ, ਬਿੰਦੀ ਨਹੀਂ ਲਾਉਣੀ। ਏਕਾ ਮਾਈ ਜੁਗਤ ਵਿਆਈ, ਵਿਆਈ ਵਾਵੇ ਨੂੰ ਸਿਹਾਰੀ ਤੇ ਐੜੇ ਨੂੰ ਕੰਨਾ ਈੜੀ ਬਿਹਾਰੀ ਵਿਆਈ। ਏਕਾ ਮਾਈ ਜੁਗਤ ਵਿਆਈ। ਵਿਸ਼ਰਾਮ। ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਦੀਵਾਨ ਇਕੱਠਾ ਨਹੀਂ ਕਹਿਣਾ, ਦੀਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹੋ ਵਿਡਾਣ। ਆਦੇਸ ਤਿਸੈ ਆਦੇਸ, ਆਦਿ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਹਾਂਜੀ, ਇਹ 30ਵੀਂ ਪੌੜੀ ਸ੍ਰੀ ਜਪਜੀ ਸਾਹਿਬ ਜੀ ਦੀ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਧਾ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ, ਅਸੀਂ ਤਾਂ ਇੱਕ ਮਾਈ ਜਿਹੜੀ ਹੈ ਪਾਰਬਤੀ, ਉਹਨੂੰ ਮਾਈ ਮੰਨਦੇ ਹਾਂ ਤੇ ਉਸ ਤੋਂ ਸ੍ਰਿਸ਼ਟੀ ਦੀ ਉਤਪਤੀ ਮੰਨਦੇ ਹਾਂ। ਆਪ ਦੱਸੋ ਉਤਪਤੀ ਕਿਸ ਤੋਂ ਮੰਨਦੇ ਹੋ? ਜਿਹੜਾ ਪੁਰਾਣਾਂ ਵਿੱਚ ਜ਼ਿਕਰ ਆਉਂਦਾ ਹੈ
शिव जी ने पार्वती नूं जदों श्वेत दीप ते अमर कथा सुनाई सी ਤਾਂ ਉਹ ਸੌਂ ਗਈ ਸੀ। ਇਹ ਕਈ ਵਾਰੀ ਅਮਰ ਕਥਾ ਸੁਣਾਉਣ ਦਾ ਜ਼ਿਕਰ ਜਿਹੜਾ ਵੱਖਰਾ ਵੱਖਰਾ ਹੁੰਦਾ, ਤੇ ਜਦੋਂ ਉੱਥੇ ਸ਼ਵੇਤ ਦੀਪ ਵਿੱਚ ਸੁਣਾਈ ਸੀ ਤਾਂ ਪਾਰਵਤੀ ਤਾਂ ਸੌਂ ਗਈ ਸੀ ਤੇ ਇੱਕ ਮੱਛ ਨੇ ਉਦੋਂ ਕਥਾ ਸੁਣ ਲਈ ਤੇ ਉਹ ਕਥਾ ਸੁਣਦਾ ਅਚਲ ਹੋ ਗਿਆ। ਤੇ शिव जी ने फिर ਕਿਹਾ ਉਹਦੇ ਵੱਲ ਵੇਖ ਕੇ ਕਿ ਇੱਥੋਂ ਸਿੱਧ ਪੈਦਾ ਹੋਏਗਾ। ਜਦੋਂ ਮੋਹਣੀ ਅਵਤਾਰ ਧਾਰ ਕੇ ਰਤਨ ਮੰਡੇ ਸੀ, ਇਹ ਸਾਰੀ ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਦੇ ਅੰਦਰ ਜਿਹੜੀ ਉਹ ਲਿਖੀ ਆ ਵਿਸਥਾਰ ਸਹਿਤ ਇਹ ਜ਼ਿਕਰ ਇਹਨਾਂ ਦਾ। ਤੇ ਉਸ ਸਰੂਪ ਮੋਹਣੀ ਸਰੂਪ ਨੂੰ ਵੇਖ ਕੇ ਸ਼ਿਵ ਜੀ ਦਾ ਚਿੱਤ ਅਨਸਥਿਰ ਹੋ ਗਿਆ ਸੀ। ਤੇ ਉਹ ਫਿਰ ਜਿੱਦਾਂ ਲੰਬੀ ਹੈ ਸਾਖੀ ਸਾਰੀ, ਤੇ ਹਨੂਮਾਨ ਜੀ ਦਾ ਤੇ ਗੋਰਖਨਾਥ ਦਾ ਇਹ ਆਦਿ ਪੈਦਾ ਹੋਏ ਸੀ। ਉਹ ਬਹੁਤ ਟਾਈਮ ਲੱਗਦਾ ਜੇ ਉਹ ਵਿਸਥਾਰ ਨਾਲ ਮਹਾਰਾਜ ਦਸਵੇਂ ਪਾਤਸ਼ਾਹ ਸਾਰਾ ਲਿਖਿਆ। ਤੇ ਕੁਛ ਵੇਲੇ ਜਿਹੜਾ ਸੀ ਸ਼ਿਵ ਦੀ ਅੰਸ਼ ਜਿਹੜੀ ਸੀ ਮੱਛ ਦੇ ਵਿੱਚ ਹੋਣ ਕਰਕੇ ਗੋਰਖਨਾਥ ਪੈਦਾ ਹੋਇਆ, ਮਛਿੰਦਰਨਾਥ ਪੈਦਾ ਹੋਇਆ। ਇਸ ਕਰਕੇ ਸ਼ਿਵ ਜੀ ਨੂੰ ਪਿਤਾ ਮੰਨਦੇ ਤੇ ਪਾਰਵਤੀ ਨੂੰ ਮਾਈ ਮੰਨਦੇ ਆ ਸਿੱਧ। ਤੇ ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਆ ਵੀ ਸਾਡੇ ਮਤ 'ਚ ਤਾਂ ਪਾਰਵਤੀ ਮਾਈ ਆ, ਤੇ ਮਹਾਰਾਜ ਤੁਹਾਡੇ ਮਤ ਮੁਤਾਬਕ ਸ੍ਰਿਸ਼ਟੀ ਦੀ ਉਤਪਤੀ ਜਿਹੜੀ ਆ ਉਹ ਕਿੱਥੋਂ ਹੁੰਦੀ ਆ, ਆਪ ਕਿਰਪਾ ਕਰਕੇ ਦੱਸੋ। ਤਾਂ ਮਹਾਰਾਜ ਜੀ ਫਿਰ ਉੱਤਰ ਦਿੱਤਾ, ਏਕਾ ਮਾਈ ਜੁਗਤ ਵਿਆਈ। ਮਹਾਰਾਜ ਕਹਿੰਦੇ ਇੱਕ ਜਿਹੜੀ ਮਾਈ ਮਾਇਆ ਹੈ, ਜਿਹੜੀ ਮਾਈ ਕੀ ਹੈ, ਮਾਇਆ, ਮਾਇਆ ਹੀ ਮਾਤਾ ਹੈ। ਇੱਕ ਪਰਮੇਸ਼ਰ ਹੀ ਮਾਇਆ ਦਾ ਪਤੀ, ਮਾਇਓ ਅਸਤਿਤੀ ਮਾਇਆ ਹੈ। ਭਾਵ ਉਹ ਸਾਰਿਆਂ ਦਾ ਮਾਤਾ ਪਿਤਾ ਰੂਪ ਪਰਮੇਸ਼ਰ ਆਪ ਹੀ ਹੈ। ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਉਪਾਏ ਜਗਤ ਦਿਖਾਇਆ। ਇੱਕ ਪਰਮੇਸ਼ਰ ਦੇ ਨਾਲ ਜਦੋਂ ਮਾਈ ਮਾਇਆ ਜੁਗਤ ਜੁੜੀ, ਭਾਵ ਕਲਪਤਾ ਜਦੋਂ ਸੰਬੰਧ ਹੋਣੇ ਕਰਕੇ ਪ੍ਰਾਪਤ ਹੋਈ ਮਾਇਆ, ਤਾਂ ਫਿਰ ਬ੍ਰਹਮ ਦੀ ਸੱਤਾ ਪਈ। ਤਾਂ ਉਸ ਵੇਲੇ ਮਾਈ ਜਿਹੜੀ ਮਾਇਆ ਵਿਆਹੀ ਭਾਵ ਪ੍ਰਸੂਤ ਹੋਈ, ਭਾਵ ਪ੍ਰਾਦਰ ਭਾਵ ਨੂੰ ਪ੍ਰਾਪਤ ਹੋਈ। ਭਾਵ ਇਸਨੇ ਪੈਦਾ ਕੀਤੇ। ਕੀ ਪੈਦਾ ਕੀਤੇ? ਮਾਇਆ ਦੇ ਵਿੱਚੋਂ ਕੀ ਪੈਦਾ ਹੋਇਆ? 3 ਚੇਲੇ ਪ੍ਰਵਾਨ। 3 ਚੇਲੇ ਗੁਣ ਮਾਇਆ ਦੇ ਲਾ ਲਓ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹ ਜਿਵੇਂ ਤਮੋ ਗੁਣ ਕਾਲਾ ਰੰਗ ਮੰਨਿਆ ਜਾਂਦਾ, ਤੇ ਰਜੋ ਗੁਣ ਲਾਲ ਰੰਗ ਮੰਨਿਆ ਜਾਂਦਾ, ਸਤੋ ਗੁਣ ਚਿੱਟਾ ਰੰਗ ਮੰਨਿਆ ਜਾਂਦਾ ਹੈ। ਇਹ 3 ਜਿਹੜੇ ਚੇਲੇ ਆ ਨਾ, ਉਹ ਪ੍ਰਮਾਣਿਕ ਹੋਏ। ਉਹ ਕਿਹੜੇ ਆ 3 ਚੇਲੇ? ਉਹਨਾਂ ਦਾ ਮਹਾਰਾਜ ਅੱਗੇ ਜ਼ਿਕਰ ਕਰਦੇ ਆ, ਜਿਹੜੇ ਇਹ ਸਿੱਧ ਕਹਿੰਦੇ ਆ ਕਿ ਸ਼ਿਵ ਜੀ ਤੋਂ ਤੇ ਪਾਰਵਤੀ ਤੋਂ ਉਤਪਤੀ ਹੈ। ਪਰ ਮਹਾਰਾਜ ਕਹਿੰਦੇ ਭਾਈ ਸ਼ਿਵ ਜੀ ਤੇ ਪਾਰਵਤੀ ਦੀ ਉਤਪਤੀ ਕਰਨ ਵਾਲਾ ਵੀ ਉਹ ਆਪ ਹੈ, ਪਰਮੇਸ਼ਰ। ਉਸ ਪਰਮੇਸ਼ਰ ਤੋਂ ਹੀ ਸਾਰਿਆਂ ਦੀ ਉਤਪਤੀ ਹੈ। ਮਹਾਰਾਜ ਨੇ ਜਦੋਂ ਸੰਕਲਪ ਕੀਤਾ ਕਿ ਮੈਂ ਇੱਕ ਰੂਪ ਤੋਂ ਬਹੁਤੇ ਰੂਪ ਹੋਵਾਂ, ਤੇ ਫਿਰ ਵਾਹਿਗੁਰੂ ਨੇ ਆਪਣੀ ਇੱਛਾ ਨਾਲ ਏਕਾ ਮਾਈ, ਇੱਕ ਜਿਹੜੀ ਮਾਈ ਮਾਇਆ ਜਿਹੜੀ ਸੀ ਉਹ ਉਤਪੰਨ ਕੀਤੀ। ਤੇ ਫਿਰ ਜਦੋਂ ਮਾਇਆ ਵਿੱਚ ਜੁਗਤ ਜੁੜਨਾ ਕੀਤਾ, ਵਾਹਿਗੁਰੂ ਦਾ ਪ੍ਰਤੀਬਿੰਬ ਪਿਆ ਜਦੋਂ ਮਾਇਆ ਦੇ ਉੱਤੇ। ਮਾਇਆ ਆਪਣੇ ਆਪ ਵਿੱਚ ਨਿਰਜੀਵ ਆ, ਪਰ ਜਦੋਂ ਵਾਹਿਗੁਰੂ ਦੀ ਸ਼ਕਤੀ ਇਹਦੇ ਵਿੱਚ ਪ੍ਰਵੇਸ਼ ਕਰਦੀ ਹੈ, ਉਦੋਂ ਫਿਰ ਵਾਹਿਗੁਰੂ ਦੀ ਸ਼ਕਤੀ ਵਾਲੀ ਬਣ ਜਾਂਦੀ ਹੈ। ਜਿਵੇਂ ਹਥੌੜਾ ਹੁੰਦਾ ਨਾ, ਹਥੌੜਾ, ਤੇ ਹਥੌੜਾ ਆਪਣੇ ਆਪ ਦੇ ਵਿੱਚ ਨਿਰਜੀਵ ਆ। ਜੇ ਹਥੌੜੇ ਨੂੰ ਬੱਚਾ ਚੁੱਕ ਕੇ ਚਲਾਏ ਤੇ ਬੱਚੇ ਦੀਆਂ ਬਾਹਾਂ ਦੀ ਸ਼ਕਤੀ ਹਥੌੜੇ 'ਚ ਪ੍ਰਵੇਸ਼ ਕਰਦੀ ਹੈ। ਤੇ ਜੇ ਬੱਚੇ ਨੂੰ ਕੋਈ ਤਾਕਤਵਰ ਨੌਜਵਾਨ ਚੱਕ ਕੇ ਚਲਾਵੇ ਤੇ ਉਸ ਨੌਜਵਾਨ ਦਾ ਬਲ ਜ਼ਿਆਦਾ ਹੁੰਦਾ ਬੱਚੇ ਨਾਲੋਂ, ਉਹਦੀ ਬਾਹਾਂ ਦਾ ਬਲ ਹਥੌੜੇ 'ਚ ਪ੍ਰਵੇਸ਼ ਕਰ ਜਾਂਦਾ। ਹਥੌੜੇ ਦਾ ਆਪਣਾ ਕੋਈ ਬਲ ਨਹੀਂ। ਇਸ ਤਰ੍ਹਾਂ ਮਾਇਆ ਦਾ ਆਪਣਾ ਕੋਈ ਬਲ ਨਹੀਂ। ਵਾਹਿਗੁਰੂ ਜੀ ਦੀ ਸ਼ਕਤੀ ਨਾਲ ਇਹ ਜਿਹੜੀ ਮਾਇਆ ਹਰਕਤ ਵਿੱਚ ਆਉਂਦੀ ਆ। ਤੇ ਜਦੋਂ ਵਾਹਿਗੁਰੂ ਦੀ ਸ਼ਕਤੀ ਨਾਲ ਹਰਕਤ ਵਿੱਚ ਆਉਂਦੀ ਆ, ਫਿਰ ਇਹ ਕਿਸੇ ਕੋਲੋਂ ਜਿੱਤੀ ਨਹੀਂ ਜਾਂਦੀ। ਇਸ ਕਰਕੇ ਵਾਹਿਗੁਰੂ ਦੀ ਸ਼ਕਤੀ ਇਹਦੇ ਅੰਦਰ ਵਰਤਣ ਲੱਗ ਪੈਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਮਾਇਆ ਦੇ ਉੱਤੇ ਪਰਮੇਸ਼ਰ ਦਾ ਪ੍ਰਤੀਬਿੰਬ ਪਿਆ ਨਾ, ਜੁਗਤ ਜੁੜੀ ਜਦੋਂ ਮਾਇਆ ਬ੍ਰਹਮ ਦੇ ਨਾਲ, ਤਾਂ ਫਿਰ ਸਾਰੀ ਸ੍ਰਿਸ਼ਟੀ ਵਿਆਹੀ ਭਾਵ ਪ੍ਰਸੂਤ ਭਾਵ ਨੂੰ ਪ੍ਰਾਪਤ ਹੋਈ।
ਪ੍ਰਾਦਰ ਭਾਵ ਨੂੰ ਪ੍ਰਾਪਤ ਹੋਈ, ਭਾਵ ਜਨਮ ਹੋਇਆ ਸਾਰੀ ਸ੍ਰਿਸ਼ਟੀ ਦਾ। ਤੇ ਉੱਥੋਂ ਜਿਹੜੇ ਸੀ 3 ਗੁਣ ਜਿਹੜੇ ਸੀ ਉਹ ਪੈਦਾ ਹੋਏ, ਤੇ ਉਹਨਾਂ 3 ਗੁਣਾਂ ਦੇ ਪ੍ਰਧਾਨ ਦੇਵਤੇ ਜਿਹੜੇ ਉਹ ਪੈਦਾ ਹੋਏ। ਉਹਨਾਂ ਵਿੱਚ ਕਿਹੜੇ ਆ? 3 ਚੇਲੇ ਪ੍ਰਮਾਣ, ਜਿਹੜੇ 3 ਪ੍ਰਮਾਣਿਕ ਚੇਲੇ ਹਨ, ਉਹ ਜਿਹੜੇ 3 ਪੈਦਾ ਕੀਤੇ ਆ ਪਰਮੇਸ਼ਰ ਨੇ। ਉਹਨਾਂ ਬਾਰੇ ਮਹਾਰਾਜ ਅਗਲੀ ਪੰਕਤੀ ਦੱਸਦੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਕ ਸੰਸਾਰੀ ਜੋ ਸਾਰਿਆਂ ਨੂੰ ਜਿਹੜੀ ਹੈ ਭਲੀ ਪ੍ਰਕਾਰ, ਸੰਗ ਦਾ ਅਰਥ ਹੈ ਭਲੀ ਪ੍ਰਕਾਰ, ਸਾਰੀ ਕਾਰ ਸਾਰ ਭਾਵ ਜਿਹੜਾ ਰਜੋਗੁਣ ਦਾ ਪ੍ਰਧਾਨ ਦੇਵਤਾ ਹੈ ਬ੍ਰਹਮਾ, ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਉਸ ਕਰਕੇ ਸਾਰਾ ਸੰਸਾਰ ਜਿਹੜਾ ਨਾ ਉਹ ਉਤਪੰਨ ਹੋ ਰਿਹਾ ਹੈ, ਸੰਸਾਰ ਦੀ ਉਤਪਤੀ ਕਰ ਰਿਹਾ ਹੈ। ਇੱਕ ਭੰਡਾਰੀ, ਭੰਡਾਰ ਦੇਣ ਵਾਲਾ, ਪਾਲਣਾ ਕਰਨ ਵਾਲਾ ਸਤੋ ਗੁਣ ਹੈ, ਜਿਹੜਾ ਪ੍ਰਧਾਨ ਦੇਵਤਾ ਵਿਸ਼ਨੂੰ ਹੈ। ਹਾਂਜੀ। ਇੱਕ ਲਾਏ ਦੀਵਾਨ, ਇੱਕ ਲਾਏ ਲੈਤਾ ਭਾਵ ਨਾਸ਼ ਕਰਨ ਵਾਲਾ, ਜਿਹਨੂੰ ਨਾਸ਼ ਕਰਨ ਦੀ ਬਾਣ ਆਦਤ ਹੈ, ਉਹ ਤਮੋ ਗੁਣ ਹੈ। ਕ੍ਰੋਧੀ ਆਦਮੀ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਸਭ ਨੂੰ ਮਾਰਨਾ ਮੁਕਾਉਣਾ ਹੀ ਚਾਹੁੰਦਾ ਹੈ। 3 ਗੁਣਾ ਕੀ ਸਾਮਿਆ ਜੋਈ, ਨਾਮ ਪ੍ਰਧਾਨ ਕਹਾਵੈ ਸੋਈ। 3 ਗੁਣਾਂ ਦੀ ਸਮ ਅਵਸਥਾ ਭਾਵ ਜਦੋਂ 3 ਗੁਣ ਪੈਦਾ ਹੋ ਕੇ ਵੱਖਰੇ ਵੱਖਰੇ ਨਹੀਂ ਸਨ ਹੋਏ, ਉਸ ਨੂੰ ਪ੍ਰਧਾਨ ਕਹਿੰਦੇ ਹਨ। ਜਿਸ ਤੋਂ ਪਹਿਲਾਂ ਮਾਇਆ ਬਾਰੇ ਵੇਦ ਕੁਝ ਕਥਨ ਕਰਦਾ ਸੀ, ਮਾਇਆ ਨੇ ਇਹ 3 ਗੁਣ ਚੇਲੇ ਪੈਦਾ ਕੀਤੇ ਹਨ। ਇੱਕ ਸੰਸਾਰੀ ਬ੍ਰਹਮਾ, ਇੱਕ ਭੰਡਾਰੀ ਵਿਸ਼ਨੂੰ, ਇੱਕ ਲਾਏ ਦੀਵਾਨ ਸ਼ਿਵ ਜੀ। ਇਹ ਮਾਇਆ ਤੋਂ ਉਤਪੰਨ ਹੋਏ ਆ, ਮਾਇਆ ਦੇ 3 ਗੁਣ, ਜਿਹਦੇ ਤੋਂ ਅੱਗੇ ਫਿਰ ਸੰਸਾਰ ਦੀ ਰਚਨਾ ਹੁੰਦੀ ਹੈ। ਫਿਰ ਮਹਾਰਾਜ ਜੀ ਕਹਿੰਦੇ ਆ, ਜਿਵ ਤਿਸ ਭਾਵੈ ਤਿਵੈ ਚਲਾਵੈ। ਜਿਵੇਂ ਤਿਸ ਮਾਇਆ ਨੂੰ ਭਾਉਂਦਾ ਹੈ, ਤਿਵੇਂ 3 ਗੁਣਾਂ ਨੂੰ ਚਲਾਉਂਦੀ ਹੈ। ਜਿਵੇਂ ਈਸ਼ਰ ਨੂੰ ਭਾਉਂਦਾ ਹੈ, ਤਿਵੇਂ ਮਾਇਆ ਨੂੰ ਅਤੇ 3 ਗੁਣਾਂ ਨੂੰ ਚਲਾਉਂਦਾ ਹੈ। ਜਿਵ ਤਿਸ ਭਾਵੈ ਤਿਵੈ ਚਲਾਵੈ। ਜਿਵੇਂ ਵਾਹਿਗੁਰੂ ਜੀ ਨੂੰ ਭਾਉਂਦਾ ਹੈ ਨਾ, ਤਿਵੇਂ ਇਸ ਮਾਇਆ ਦੇ ਤਾਈਂ ਤੇ 3 ਗੁਣਾਂ ਦੀ ਤਾਈਂ ਚਲਾਉਂਦੇ ਆ। ਮਾਇਆ ਦੇ ਜਿਹੜੇ 3 ਗੁਣ ਹਨ, ਇਹ ਸਾਰਿਆਂ ਜੀਵਾਂ ਵਿੱਚ ਪਾਏ ਜਾਂਦੇ ਆ। ਹਾਂ, ਇਹ ਗੱਲ ਜ਼ਰੂਰ ਹੈ ਕਿ ਕਿਸੇ ਵਿੱਚ 1 ਵੱਧ ਵਾ, 2 ਘੱਟ ਨੇ, ਕਿਸੇ ਵਿੱਚ 2 ਵੱਧ ਹੈ, 1 ਘੱਟ ਹੈ, ਕਿਸੇ 'ਚ 3 ਹੀ ਜ਼ਿਆਦੇ ਆ, ਕਿਸੇ 'ਚ ਜਿਹੜੇ ਆ ਉਹ 2 ਜ਼ਿਆਦੇ ਆ, 1 ਘੱਟ ਵਾ। ਇਸ ਤਰ੍ਹਾਂ ਹਰੇਕ ਦੀ ਇੱਕ ਜੀ ਨਹੀਂ ਗੀ ਜਿਹੜੀ ਮਾਇਆ ਦੇ ਗੁਣਾਂ ਦੀ ਅਵਸਥਾ। ਜਿਹਦੇ ਅੰਦਰ ਤਮੋ ਗੁਣ ਜ਼ਿਆਦਾ ਹੁੰਦਾ ਹੈ, ਉਹਦਾ ਕ੍ਰੋਧੀ ਸੁਭਾਅ ਹੁੰਦਾ ਹੈ, ਤੇ ਮੈਲੇ ਕੁਚੈਲੇ ਕੱਪੜੇ ਪਾਉਣੇ ਉਹਨੂੰ ਪਸੰਦ ਹੁੰਦੇ ਆ, ਸਫਾਈ ਨਹੀਂ ਪਸੰਦ ਹੁੰਦੀ, ਤੇ ਕੌੜਾ ਬੋਲਣਾ, ਤੇ ਬਹੁਤ ਜ਼ਿਆਦਾ ਤਾਮਸੀ ਭੋਜਨ ਖਾਣੇ। ਤੇ ਫਿਰ ਜਿਹੜਾ ਰਜੋਗੁਣੀ ਹੁੰਦਾ, ਉਹ ਸੋਹਣੇ ਠਾਠ ਬਾਠ ਨਾਲ ਤਲੇ ਭੋਜਨ ਖਾਣੇ ਪਸੰਦ ਵਾ, ਤੇ ਬੜੀਆਂ ਗੱਲਾਂ ਜਿਹੜੀਆਂ ਉਹ ਸੰਸਾਰ ਦੇ ਪ੍ਰਤਾਪ ਵਾਲੀਆਂ ਕਰਨੀਆਂ। ਤੇ ਜਿਹੜਾ ਸਤੋਗੁਣੀ ਹੁੰਦਾ ਸੁਭਾਅ, ਉਹਦੇ 'ਚ ਸਾਫ ਸੁਥਰਾ ਰਹਿਣ ਵਾਸਤੇ ਤੇ ਦਾਨੇ ਸੁਭਾਅ ਨੂੰ ਧਾਰਨ ਕਰਨਾ, ਤੇ ਆਪਣੀ ਇੰਦਰੀਆਂ ਦਾ ਨਿਰੋਧ ਕਰ ਲੈਣਾ, ਤੇ ਸੁਭਾਅ ਮਿੱਠੇ ਬਚਨ ਬੋਲਣੇ, ਤੇ ਚਿੱਟੇ ਚੰਗੇ ਵਸਤਰ ਪਹਿਨਣ ਦਾ ਸੁਭਾਅ ਹੋਣਾ, ਤੇ ਫਿਰ ਅੰਦਰ ਜਿਹੜੀ ਆ ਵਡਿਆਈ ਦੀ ਇੱਛਾ ਬਣੀ ਰਹਿਣੀ, ਪਦਵੀ ਕੋਈ ਨਾ ਕੋਈ ਆਪਣੇ ਆਪ ਨੂੰ ਕਰਮਾਂ ਦੇ ਕਰਨ ਵਾਲਾ ਸਮਝਣਾ। ਇਹ ਮਾਇਆ ਦੇ 3 ਗੁਣ ਹਨ। ਮਹਾਰਾਜ ਜੀ ਕਹਿੰਦੇ ਆ, ਜਿਵੇਂ ਵਾਹਿਗੁਰੂ ਨੂੰ ਭਾਉਂਦਾ ਨਾ, ਤਿਵੇਂ ਸਿੱਧੋ ਮਾਇਆ ਨੂੰ ਤੇ ਮਾਇਆ ਦੇ 3 ਗੁਣਾਂ ਨੂੰ ਵਾਹਿਗੁਰੂ ਜੀ ਚਲਾਉਂਦੇ ਆ। ਜਿਵ ਹੋਵੇ ਫਰਮਾਨ, ਜਿਵੇਂ ਈਸ਼ਰ ਦਾ ਮਾਇਆ ਨੂੰ 3 ਗੁਣਾਂ ਨੂੰ ਫਰਮਾਨ ਹੁਕਮ ਹੁੰਦਾ ਹੈ, ਉਸੇ ਤਰ੍ਹਾਂ ਵਰਤਦੇ ਹਨ। ਜਿਵੇਂ ਮਾਇਆ 3 ਗੁਣਾਂ ਨੂੰ ਫਰਮਾਨ ਹੁੰਦਾ ਅੱਗੇ ਮਾਇਆ ਦਾ, ਉਸੇ ਤਰ੍ਹਾਂ ਮਾਇਆ ਦੇ 3 ਗੁਣ ਵਰਤਦੇ। ਵਾਹਿਗੁਰੂ ਜੀ ਦਾ ਹੁਕਮ ਚੱਲਦਾ ਹੈ। ਜਿਵ ਹੋਵੇ ਫਰਮਾਨ, ਜਿਵੇਂ ਵਾਹਿਗੁਰੂ ਦਾ ਫਰਮਾਨ ਹੁੰਦਾ, ਹੁਕਮ ਹੁੰਦਾ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ। ਪਰਮੇਸ਼ਰ ਉਹਨਾਂ ਨੂੰ ਵੇਖਦਾ ਹੈ, ਮਾਇਆ ਨੂੰ, 3 ਗੁਣਾਂ ਨੂੰ ਵੀ, ਤੇ 3 ਦੇਵਤਿਆਂ ਨੂੰ ਵੀ ਦੇਖ ਰਿਹਾ ਹੈ, ਪਰ ਉਹ ਆਪ ਜਿਹੜਾ ਨਾ
ਉਹਦੇ ਵਿੱਚ ਤਿੰਨਾਂ ਗੁਣਾਂ ਦੀ ਜਿਹੜੀ ਹੈ ਨਾ ਉਹ ਹੋਂਦ ਨਹੀਂ ਹੈਗੀ। ਉਹ ਤਿੰਨਾਂ ਗੁਣਾਂ ਤੋਂ ਆਪ ਅਤੀਤ ਹੈ ਪਰਮੇਸ਼ਰ। ਉਹ ਵੇਖ ਰਿਹਾ ਹੈ ਦੇਵਤਿਆਂ ਦੇ ਤਾਈਂ, ਪਰ ਉਹਨਾਂ ਨਜ਼ਰ ਨਾ ਆਵੇ। ਉਹਨਾਂ ਦੇਵਤਿਆਂ ਨੂੰ ਵਾਹਿਗੁਰੂ ਨਜ਼ਰ ਨਹੀਂ ਆ ਰਿਹਾ। ਇਹ ਮਾਇਆ ਜਿਹੜੀ ਹੈ ਨਾ ਅਨਰਬਚਨੀ ਹੋ ਕੇ ਤਿੰਨਾਂ ਗੁਣਾਂ ਨੂੰ ਦੇਖ ਰਹੀ ਹੈ, ਪਰ ਆਪ ਉਹਨਾਂ ਤਿੰਨਾਂ ਗੁਣਾਂ ਦੀ ਨਜ਼ਰ ਦ੍ਰਿਸ਼ਟੀ ਵਿੱਚ ਨਹੀਂ ਆਉਂਦੀ। ਉਹ ਵੇਖਾ, ਉਹ ਪਰਮੇਸ਼ਰ ਵੇਖ ਰਿਹਾ ਸਭ ਦੇ ਕਰਮਾਂ ਦੇ ਤਾਈਂ, ਉਹਨਾਂ ਨਜ਼ਰ ਨਾ ਆਵੇ। ਪਰ ਉਹਨਾਂ ਜੀਆਂ ਨੂੰ ਵੇਖੋ ਪਰਮੇਸ਼ਰ ਨਜ਼ਰ ਨਹੀਂ ਆ ਰਿਹਾ। ਬਹੁਤਾ ਇਹੋ ਵਿਡਾਣ, ਮਹਾਰਾਜ ਕਹਿੰਦੇ ਬੜਾ ਵਿਡਾਣ ਅਚਰਜ ਹੈ। ਵਾਹਿਗੁਰੂ ਆ ਵਿੱਚ ਨਾ ਆਵਾਜ਼ਾਂ ਆ ਜਾਂਦੀਆਂ, ਫਿਰ ਮੈਂ ਡਿਸਟਰਬ ਹੁੰਨਾ। ਜੇ ਤਾਂ ਜਿਹੜੇ ਗੁਰਮੁਖ ਨਹੀਂ ਸੁਣਨਾ ਚਾਹੁੰਦੇ ਤਾਂ ਆਪਣੇ ਘਰ ਵਿੱਚ ਲਾ ਕੇ ਫਿਰ ਏਦਾਂ ਆਪਣੇ ਜਿਹੜਾ ਹੈ ਉਹ ਮੇਰੇ ਤੱਕ ਆਵਾਜ਼ ਜੇ ਆਵੇਗੀ ਤਾਂ ਰੇਵ ਮਹਿਸੂਸ ਹੁੰਦਾ ਜਿੱਦਾਂ ਸੁਣਦੇ ਨਹੀਂ। ਤਾਂ ਜਿਨ੍ਹਾਂ ਦੀ ਇੱਛਾ ਨਹੀਂ ਸੁਣਨ ਦੀ ਤੇ ਉਹ ਲਾ ਕੇ ਤੇ ਆਪਣਾ ਜਿਹੜਾ ਹੋਰ ਵਿਹਾਰਾਂ ਵਿੱਚ ਲੱਗੇ ਜਾਂ ਗੱਲਾਂ ਬਾਤਾਂ ਦੀ ਆਵਾਜ਼ ਉਹਨਾਂ ਦੀ ਆਉਂਦੀ ਹੈ ਤਾਂ ਫਿਰ ਲਾਭ ਨਹੀਂ ਉਠਾ ਸਕਣਗੇ, ਕਿਉਂਕਿ ਇਹ ਤਾਂ ਇਕਾਗਰ ਹੋਏ ਤੋਂ ਬਿਨਾਂ ਕਥਾ ਨਹੀਂ ਸੁਣੀ ਜਾਣੀ। ਗੁਰਬਾਣੀ ਦੇ ਵਿੱਚ ਜਿੰਨਾ ਚਿਰ ਆਪਣਾ ਧਿਆਨ ਨਹੀਂ ਨਾ ਇਕਾਗਰ ਕਰਦੇ, ਠੀਕ ਆ। ਉੱਦਾਂ ਬੜਾ ਇਹ ਚੰਗਾ ਉਪਰਾਲਾ ਹੈ ਕਿ ਫੋਨ ਤੇ ਆਪਾਂ ਸੁਣਦੇ ਹਾਂ, ਪਰ ਜੇ ਸੁਣੀਏ ਹੀ ਨਾ ਤਾਂ ਫਿਰ ਤਾਂ ਦੇਖੋ ਭਾਵੇਂ ਉਹ ਭਾਈ ਸਾਹਿਬ ਜੀ ਬਾਕੀ ਸਾਰਿਆਂ ਨੂੰ ਮਿਊਟ ਰੱਖਦੇ ਆ, ਪਰ ਕੁਦਰਤੀ ਪਤਾ ਨਹੀਂ ਕੋਈ ਹੱਥ ਵੱਜ ਜਾਂਦਾ ਹੋਏਗਾ ਜਾਂ ਕਿਵੇਂ ਆ। ਤੇ ਪਰ ਜਿਹੜਾ ਹੈ ਤੁਸੀਂ ਆਪ ਜਿੱਥੇ ਵੀ ਕਿਤੇ ਬੈਠੇ ਆ ਉੱਥੇ ਹੀ ਜੇ ਜੁੜ ਜਾਓਗੇ ਤਾਂ ਫਿਰ ਸਤਸੰਗਤ ਹੈ। ਤੇ ਜੇ ਤੁਸੀਂ ਫੋਨ ਤੇ ਲਾ ਕੇ ਤੇ ਸੁਣਦੇ ਨਹੀਂ, ਗੱਲਾਂ ਬਾਤਾਂ ਹੋਰ ਪ੍ਰਵਿਰਤ ਉਹਨਾਂ 'ਚ ਹੋ ਜਾਂਦੇ ਆ, ਤਾਂ ਫਿਰ ਸਮਝ ਨਹੀਂ ਪਏਗੀ। ਕਿਉਂਕਿ ਬਾਣੀ ਦੀ ਕਥਾ ਧਿਆਨ ਦੀ ਇਕਾਗਰਤਾ ਮੰਗਦੀ ਹੈ, ਫਿਰ ਹੀ ਤੁਹਾਨੂੰ ਸਮਝ ਪਏਗਾ, ਫਿਰ ਹੀ ਆਨੰਦ ਆਵੇਗਾ, ਸੁੱਖ ਮਿਲੇਗਾ। ਤੇ ਇਸ ਕਰਕੇ ਬੇਨਤੀ ਹੈ, ਜਦੋਂ ਤੁਸੀਂ ਆਪਣੇ ਘਰਾਂ 'ਚ ਜਿੱਥੇ ਵੀ ਬੈਠੇ ਆ ਤਾਂ ਉਸ ਇਕਾਗਰਤਾ ਨਾਲ ਸੁਣੋ। ਬਹੁਤਾ ਇਹੋ ਵਿਡਾਣ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਬੜਾ ਵਿਡਾਣ ਅਚਰਜ ਹੈ ਕਿ ਉਹ ਵਾਹਿਗੁਰੂ ਸਭ ਨੂੰ ਵੇਖ ਰਿਹਾ ਹੈ, ਪਰ ਉਹਨੂੰ ਕੋਈ ਨਹੀਂ ਵੇਖ ਸਕਦਾ। ਤਿੰਨ ਗੁਣ ਦ੍ਰਿਸ਼ ਰੂਪ ਹਨ ਅਤੇ ਪਰਮੇਸ਼ਰ ਦ੍ਰਿਸ਼ਟਾ ਰੂਪ ਹੈ ਆਪ। ਫਿਰ ਮਹਾਰਾਜ ਕਹਿੰਦੇ ਆ ਆਦੇਸ਼ ਤਿਸੈ ਆਦੇਸ਼। ਉਸ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਮਹਾਰਾਜ ਕਹਿੰਦੇ ਭਾਈ ਸਾਡੀ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਜੋ ਆਦ ਰੂਪ ਹੈ ਸਾਰਿਆਂ ਦਾ, ਰੰਗਾਂ ਤੋਂ ਮਹਾਰਾਜ ਕਹਿੰਦੇ ਭਾਈ ਰਹਿਤ ਹੈ, ਜਿਸ ਦਾ ਮੁੱਢ ਨਹੀਂ ਪਾਇਆ ਜਾਂਦਾ, ਤੇ ਹੱਦ ਤੋਂ ਰਹਿਤ ਹੈ, ਨਾਸ਼ ਤੋਂ ਰਹਿਤ ਹੈ। ਜੁਗਾਂ ਜੁਗਾਂ ਵਿੱਚ ਜਿਸ ਇੱਕ ਵਾਹਿਗੁਰੂ ਦਾ ਮਹਾਰਾਜ ਕਹਿੰਦੇ ਕੋਈ ਸਰੂਪ ਹੈ। ਜੁਗ ਜੁਗ ਸਾਚਾ ਹੈ ਪੀ ਹੋਸੀ। ਉਹ ਜੁਗਾਂ ਜੁਗਾਂ ਦੇ ਅੰਦਰ ਸੱਚਾ ਹੈ ਵੀ ਸੀ ਪਹਿਲਾਂ, ਤੇ ਹੁਣ ਵੀ ਹੈ, ਤੇ ਆਉਣ ਵਾਲੇ ਸਮੇਂ 'ਚ ਵੀ ਹੋਵੇਗਾ। ਹੁਣ ਦੂਜੇ ਪ੍ਰਕਰਨ ਨਾਲ ਆਪਾਂ ਸਰਵਣ ਕਰੀਏ। ਸਤਿਗੁਰੂ ਜੀ ਪਰਮੇਸ਼ਰ ਨੂੰ ਸਭ ਤੋਂ ਪਹਿਲਾਂ ਜਦੋਂ ਤਿੰਨ ਦੇਵਤਿਆਂ ਦੀ ਸਾਰੀ ਰਚਨਾ ਮਤਲਬ ਰਚੀ ਹੈ, ਤੇ ਇਹ ਮਹਾਰਾਜ ਨੂੰ ਪੁੱਛਦੇ ਆ ਕਿ ਇਹ ਸਤਿਗੁਰੂ ਜੀ ਪਰਮੇਸ਼ਰ ਨੇ ਸਭ ਤੋਂ ਪਹਿਲਾਂ ਤਿੰਨੇ ਦੇਵਤੇ ਤੇ ਸਾਰੀ ਰਚਨਾ ਕਿਵੇਂ ਰਚੀ ਹੈ? ਤਾਂ ਮਹਾਰਾਜ ਜੀ ਉੱਤਰ ਦਿੰਦੇ ਆ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਇੱਕ ਇੱਕ ਜੋ ਪਰਮੇਸ਼ਰ ਹੈ, ਕੇਵਲ ਇੱਕੋ ਇੱਕ ਜੋ ਆਪ, ਉਹਦੇ ਵਰਗਾ ਦੂਸਰਾ ਕੋਈ ਨਹੀਂ ਹੋਰ। ਉਸ ਦੇ ਨਾਲ ਜਦੋਂ ਮਾਈ ਮਾਇਆ ਦਾ ਜੁਗਤ ਜੁੜੀ ਭਾਵ ਸੰਬੰਧ ਹੋਇਆ, ਤਾਂ ਵਿਆਹੀ ਪ੍ਰਸੂਤ ਭਾਵ ਨੂੰ ਪ੍ਰਾਪਤ ਹੋਈ, ਤਾਂ ਤਿੰਨ ਚੇਲੇ ਸਪੁੱਤਰ ਪ੍ਰਮਾਣਿਕ ਪੈਦਾ ਹੋਏ। ਜੋ ਸਦਾ ਸੱਚ ਨਾ ਹੋਵੇ ਤੇ ਕਲਪਿਆ ਹੋਵੇ, ਜਿਸ ਪ੍ਰਕਾਰ ਅੱਗ ਦੇ ਨਾਲ ਲੋਹੇ ਵਿੱਚ ਤਿੰਨ ਸ਼ਕਤੀਆਂ ਪੈਦਾ ਹੁੰਦੀਆਂ ਹਨ। ਪਹਿਲੀ ਸ਼ਕਤੀ ਆਉਂਦੀ ਹੈ ਲਾਲ ਹੋ ਕੇ ਚਮਕਦਾ, ਦੂਜੀ ਸਾੜਨ ਦੀ ਸ਼ਕਤੀ, ਤੀਜੀ ਉਸਨ ਸ਼ਕਤੀ ਗਰਮੈਸ਼ ਦੀ ਪੈਦਾ ਹੁੰਦੀ ਹੈ। ਅੱਗ ਤੋਂ ਪਾਸੇ ਕਰਨੇ ਕਰਕੇ ਤਿੰਨੇ ਹੀ ਨਹੀਂ ਰਹਿੰਦੀਆਂ। ਇਸ ਪ੍ਰਕਾਰ ਬ੍ਰਹਮ ਦੀ ਸੱਤਾ ਨੂੰ ਲੈ ਕੇ ਜੜ ਮਾਇਆ ਹਰਕਤ ਵਿੱਚ ਆਈ ਹੈ, ਤ੍ਰਿਗੁਣ ਰੂਪ ਹੋਈ, ਅਤੇ ਗੁਣਾ ਕਰਕੇ ਜੀਵ ਈਸ਼ਰ ਹੋ ਕੇ ਸ੍ਰਿਸ਼ਟੀ ਰਚੀ ਹੈ। ਸਤੋ ਪ੍ਰਧਾਨ ਰੂਪ ਜਿਹੜੀ ਮਾਇਆ ਹੈ, ਜਿਸ ਵਿੱਚ ਰਜੋ ਤੇ ਤਮੋ ਘੱਟ ਹਨ, ਅਤੇ ਸਤੋ ਪ੍ਰਧਾਨ ਹੈ, ਉਸ ਵਿੱਚ ਚੇਤਨ ਦਾ ਭਾਸ ਪੈਣੇ ਕਰਕੇ
जिथे मैनूं लगदा थोड़ा जिहा महंगा हो जाता है, चेतन का भास हुंदा है। जिवें आपां अपना चेहरा शीशे च वेखदे हां, परछाई पैनी, इवें चेतन का भास भाव चेतन की परछाई पैण करके जिहड़ी है ना वो शक्ति ईश्वर कहाई है, जिस विच सतो रजो समान अते तमो गुण प्रधान है। अविद्या जो है उस विच चेतन का भास पिया है, अविद्या विच वो जीव कहाई है। जिथे अविद्या विच चेतन का प्रतिबिंब पै रहा, समझण वास्ते बेनती करदा, जिवें आकाश विच चंद्रमा चढ़िया हुंदा ना, ते ओहदा किसे निक्की छपड़ी विच भी प्रतिबिंब पै रहा, वड्डे तलाब विच भी ओहदा प्रतिबिंब पै रहा है। जदों अविद्या विच उस चेतन का भास पैंदा ना, प्रतिबिंब पैंदा है, तां फिर जीव खवाउंदा है। जदों चेतन का प्रतिबिंब माया विच पिया तां 3 गुण होए आ। जितना चिर घड़ा पानी का भरिया होया सामने रहे, उतना चिर सूरज का प्रतिबिंब घड़े च पैंदा है। जदों बदल आ जाण तां नहीं पैंदा। इसे प्रकार माया विच चेतन का भास पैंदा है तां ये रचना रचदी है। माया विच जदों वाहिगुरू जी का प्रतिबिंब पैंदा ना तां ये रचना बनदी है। ऐसा समा दसना तां मुश्किल है कि फलाने समय माया उस तो पासे ओले हो सकती है, वो नहीं दसिया जा सकता, क्योंकि वो सर्वव्यापी है। फिर माया लांभे किथे लुक जाएगी। ना माया मरदी है, ना मरण तो सृष्टि लै होवेगी। यह अजूनी नादी है, शांत अनादि है। ये प्रतीत हुंदा है जिस प्रकार जागदे आदमी ਦੀਆਂ ਅੱਖਾਂ ਦਾ ਪ੍ਰਕਾਸ਼ ਅੱਗੇ ਪੈਂਦਾ ਨਾ, ਤੇ ਜਦੋਂ ਸੌਂ ਜਾਵੇ ਤਾਂ ਅੱਖਾਂ ਮਿਚ ਜਾਂਦੀਆਂ ਅਤੇ ਅੱਖਾਂ ਦਾ ਪ੍ਰਕਾਸ਼ ਕੋਈ ਵਸਤੂ ਨੂੰ ਵੇਖਣ ਰੂਪ ਕੰਮ ਨਹੀਂ ਕਰਦਾ। ਇਸੇ ਪ੍ਰਕਾਰ ਹੀ ਪਰਮੇਸ਼ਰ ਜਦੋਂ ਸਵੈ ਰੂਪ ਵਿੱਚ ਲੀਨ ਹੁੰਦਾ ਹੈ ਤਾਂ ਸ੍ਰਿਸ਼ਟੀ ਰਚਨਾ ਹੋਣੀ ਜਿਹੜੀ ਹੈ ਨਾ, ਸ੍ਰਿਸ਼ਟੀ ਦੀ ਰਚਨਾ ਹੋਣੀ ਉਹ ਸਮਾਪਤ ਹੋ ਜਾਂਦੀ ਹੈ। ਉਸ ਵੇਲੇ ਫਿਰ ਅੱਖਾਂ ਦੀ ਜੋਤ ਵਤ ਆਪ ਦਾ ਪ੍ਰਤੀਬਿੰਬ ਮਾਇਆ ਵਿੱਚ ਪੈਣੋਂ ਰੋਕ ਲੈਂਦਾ ਹੈ, ਤੇ ਮਾਇਆ ਜਿਹੜੀ ਆ ਉਹ ਜੜ ਵਾ, ਆਪੋ ਕੁਝ ਨਹੀਂ ਕਰ ਸਕਦੀ। ਇਸ ਪ੍ਰਕਾਰ ਕਲਾ ਨਾਲ ਪੁਤਲੀਆਂ ਦੀ ਕਿਰਿਆ ਹੁੰਦੀ ਹੈ, ਜਿਹੜਾ ਕਠਪੁਤਲੀਆਂ ਨੂੰ ਖਿਡਾਉਣ ਵਾਲਾ, ਨਹੀਂ ਤਾਂ ਥਾਂ ਥਾਈਂ ਖੜੀਆਂ ਰਹਿੰਦੀਆਂ। ਜੇ ਉਂਗਲਾਂ ਨਾਲ ਇੱਧਰ ਉੱਧਰ ਰਾਜਾ ਰਾਣੀ ਬਣਾ ਕੇ ਹਿਲਾਉਂਦਾ ਤਾਂ ਹੀ ਚੱਲਦੀਆਂ ਨਾ। ਜਦੋਂ ਪਰਮੇਸ਼ਰ ਦਾ ਪ੍ਰਤੀਬਿੰਬ ਹੀ ਮਾਇਆ ਵਿੱਚ ਨਹੀਂ ਪੈਂਦਾ ਤਾਂ ਫਿਰ ਇਹ ਰਚਨਾ ਨਹੀਂ ਬਣਦੀ, ਸਾਰੀ ਰਚਨਾ ਸਮਾਪਤ ਹੋ ਜਾਂਦੀ ਹੈ। ਫੁਰਨਾ ਹੀ ਉਸ ਦਾ ਪ੍ਰਤੀਬਿੰਬ ਪੈਣਾ ਹੈ, ਫੁਰਨਾ ਮਿਟਣਾ ਹੀ ਪ੍ਰਤੀਬਿੰਬ ਦਾ ਨਹੀਂ ਪੈਣਾ। ਜਦੋਂ ਪਰਮੇਸ਼ਰ ਦਾ ਪ੍ਰਤੀਬਿੰਬ ਮਾਇਆ ਵਿੱਚ ਪੈਂਦਾ ਹੈ, ਏਕਾ ਮਾਈ, ਇੱਕ ਮਾਈ ਮਾਇਆ ਦੇ ਅੰਦਰ ਜਦੋਂ ਪ੍ਰਤੀਬਿੰਬ ਪੈਂਦਾ, ਭਾਵ ਜੁੜਦਾ ਹੈ, ਤਾਂ ਫਿਰ ਵਿਆਹੀ ਪ੍ਰਸੂਤ ਭਾਵ ਨੂੰ ਪ੍ਰਾਪਤ ਹੁੰਦੀ ਹੈ, ਭਾਵ ਜੀਵ ਬਣਦੇ ਆ, ਸ੍ਰਿਸ਼ਟੀ ਬਣਦੀ ਹੈ। ਇਹ ਸਾਰੀ ਉਤਪਤੀ ਹੁੰਦੀ ਹੈ। तो सच्चे पातशाह जी महाराज कहते फिर एक संसारी, संसार की उत्पत्ति करने वाला ब्रह्मा पैदा कर दिता। नाभ कमल ते ब्रह्मा उपजै, वेद पढ़ै मुख कंठ सवार। ये गुजरी राग विच सतगुरु गुरु रामदास साहब जी महाराज कहते हैं। ते एक भंडारी, भंडार देने वाला, पालना करने वाला विष्णु पैदा कर दिता। एक लाए दी बाण, एक नूं लैता करन दी बाण आदत है। वो कौन है? शिव जी। वो बना दिता। कई विद्वान लोग दीवान पाठ मन के शिव जी मुरदियां दी दीवान कचहरियां दा, दीवान का अर्थ कचहरी हुंदा, लाउण वाला, इस तरह अर्थ करते, पर बाण का अर्थ आदत है। ये शिव जी मशान भूमिका विच लोकां नूं इकट्ठे करन वाला ना। एक संसारी, विष्णु संसार की उत्पत्ति करन, पालना करन वाला बना दिता, भाव एक भंडारी शिव जी भोलानाथ बना दिता, छेती वर देण वाला। एक लाए दी बाण, एक ब्रह्मा नूं लाए दी बाण, भाव आदत पाई कि सारियां दे ताईं उत्पत्ति करनी है। ये अन्वय करके किया आपां, पर मुख अर्थ समझना, एक संसारी ब्रह्मा, एक भंडारी विष्णु, एक लाए दी बाण शिव जी। एक संसारी
ਜਿਹੜਾ ਹੈ ਰਜੋ ਗੁਣ, ਇੱਕ ਭੰਡਾਰੀ ਸਤੋ ਗੁਣ, ਇੱਕ ਲਾਏ ਦੀ ਬਾਣ ਤਮੋ ਗੁਣ। ਇਸ ਪ੍ਰਕਾਰ ਪਰਮੇਸ਼ਰ ਨੇ ਤਿੰਨੇ ਦੇਵਤੇ ਜਿਹੜੇ ਉਹ ਪੈਦਾ ਕੀਤੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਇਹ ਪਰਮੇਸ਼ਰ ਦੀ ਅਚਰਜ ਕਲਾ ਹੈ ਕਿ ਜਿਵ ਤਿਸ ਭਾਵੈ ਤਿਵੈ ਚਲਾਵੈ। ਜਿਵੇਂ ਤਿਸ ਪਰਮੇਸ਼ਰ ਨੂੰ ਭਾਉਂਦਾ ਉਸੇ ਪ੍ਰਕਾਰ ਹੀ ਤਿੰਨਾਂ ਦੇਵਤਿਆਂ ਨੂੰ ਚਲਾਉਂਦਾ। ਜਿਵ ਹੋਵੈ ਫਰਮਾਨ, ਜਿਸ ਪ੍ਰਕਾਰ ਇਹਨਾਂ ਨੂੰ ਫਰਮਾਨ ਹੁਕਮ ਹੁੰਦਾ ਹੈ ਉਸੇ ਪ੍ਰਕਾਰ ਇਹਨਾਂ ਨੂੰ ਕਰਨਾ ਪੈਂਦਾ ਹੈ। ਉਤਪਤੀ ਪਾਲਣਾ ਲੈਤਾ ਵਾਹਿਗੁਰੂ ਦੇ ਹੁਕਮ ਵਿੱਚ ਕਰਨੀ ਪੈਂਦੀ ਹੈ। ਉਹ ਵੇਖਾ ਉਹਨਾਂ ਨਜ਼ਰ ਨਾ ਆਵੇ। ਉਹ ਪਰਮੇਸ਼ਰ ਇਹਨਾਂ ਸਾਰਿਆਂ ਦੇ ਕਰਤੱਬਾਂ ਨੂੰ ਵੇਖ ਰਿਹਾ ਹੈ, ਪਰ ਆਪ ਇਹਨਾਂ ਦੇਵਤਿਆਂ ਨੂੰ ਨਜ਼ਰ ਨਿਗਾਹ ਵਿੱਚ ਨਹੀਂ ਆਉਂਦਾ। ਬ੍ਰਹਮਾ ਬਿਸ਼ਨ ਮਹੇਸ਼ ਨਾ ਦਰਸ਼ਨ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਪਵਿੱਤਰ ਉਪਦੇਸ਼ ਨੂੰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਬ੍ਰਹਮਾ ਬਿਸ਼ਨ ਮਹੇਸ਼ ਨਾ ਦਰਸ਼ਨ ਪਾਇਆ। ਇਹਨਾਂ ਨੇ ਵੀ ਵਾਹਿਗੁਰੂ ਦਾ ਦਰਸ਼ਨ ਨਹੀਂ ਪਾਇਆ। ਬਹੁਤਾ ਇਹੋ ਵਡਾਣ, ਇਹ ਬੜੀ ਵਡਾਣ ਅਚਰਜ ਗੱਲ ਹੈ। ਵੇਖੋ ਵਾਹਿਗੁਰੂ ਆਪ ਸਾਰਿਆਂ ਦੀਆਂ ਕਰਤੂਤਾਂ ਗੁਪਤ ਤੇ ਪ੍ਰਗਟ ਕੰਮਾਂ ਨੂੰ ਵੇਖਦਾ ਹੈ, ਪਰ ਇਹਨਾਂ ਦੀ ਨਿਗਾਹ ਵਿੱਚ ਨਹੀਂ ਆਉਂਦਾ। ਉਹ ਅਦ੍ਰਿਸ਼ਟ ਸਰੂਪ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਵਾਹਿਗੁਰੂ ਜੀ ਦੇ ਐਸੀ ਅਚਰਜਤਾ ਨੂੰ ਵੇਖ ਕੇ ਕਹਿੰਦੇ ਆਦੇਸ਼ ਤਿਸੈ ਆਦੇਸ਼। ਉਸ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ, ਨਮਸਕਾਰ ਹੈ, ਜਿਹੜਾ ਆਦਿ ਤੋਂ, ਰੰਗਾਂ ਤੋਂ ਤੇ ਹੱਦ ਤੋਂ, ਨਾਸ਼ ਤੋਂ ਰਹਿਤ ਹੈ। ਜੁਗਾਂ ਜੁਗਾਂ ਦੇ ਅੰਦਰ ਵਾਹਿਗੁਰੂ ਦਾ ਇੱਕੋ ਹੀ ਸਰੂਪ ਹੈ। ਤੀਸਰਾ ਪ੍ਰਕਰਨ। ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਗਰੀਬ ਨਵਾਜ ਸਿੱਖ ਨੂੰ ਪ੍ਰਾਪਤੀ ਕਿਵੇਂ ਹੋਵੇ। ਪ੍ਰਕਰਨ ਬਦਲ ਗਿਆ ਹੁਣ। ਏਕਾ ਮਾਈ ਵਿਆਕਰਣ ਅਨੁਸਾਰ ਕੱਕੇ ਦੇ ਕੰਨੇ ਵਿੱਚੋਂ ਐੜਾ ਕੱਢ ਕੇ ਏਕ ਅਮਾਈ ਬਣਿਆ। ਏਕ ਅਮਾਈ ਮਾਇਆ ਤੋਂ ਰਹਿਤ ਜੋ ਸੁੱਧ ਬ੍ਰਹਮ ਹੈ, ਉਹ ਇਹ ਇੱਕ ਅਦਵੈਤ ਸਰੂਪ ਹੈ ਪਰਮੇਸ਼ਰ। ਨਾਨਕ ਭੰਡਾ ਬਾਹਰਾ ਏਕੋ ਸੱਚਾ ਸੋਏ। ਅਦਵੈਤ ਸਰੂਪ ਪਰਮੇਸ਼ਰ ਜੁਗਤ ਵਿਆਈ ਸਤਿਗੁਰੂ ਜੀ ਦੇ ਸ਼ਬਦ ਦੇ ਜੁਗਤ ਸੰਯੁਗਤ ਹੋ ਕਰਕੇ ਜਦੋਂ ਜਗਿਆਸੂ ਦੀ ਬਿਰਤੀ ਜੁੜੀ, ਨਿਸ਼ਕਾਮ ਕਰਮਾਂ ਵਾਲੀ ਬੁੱਧੀ ਅੰਤःਕਰਨ ਦੀ ਸੁੱਧੀ ਦੇ ਸਹਿਤ ਮਹਾਰਾਜ ਦੇ ਮਹਾਂਵਾਕਾਂ ਦੇ ਜੁਗਤ ਸਹਿਤ ਜਦੋਂ ਹੋਈ ਜੁੜੀ, ਤਾਂ ਫਿਰ ਵਿਆਈ ਪ੍ਰਸੂਤ ਭਾਵ ਨੂੰ ਪ੍ਰਾਪਤ ਹੋਈ। ਭਾਵ ਅੰਦਰ ਪਿਆਰ ਉਤਪਨ ਹੋ ਗਿਆ, ਸੁਭ ਗੁਣ ਉਤਪਨ ਹੋ ਗਏ। ਤਿੰਨ ਚੇਲੇ ਪ੍ਰਵਾਨ, ਤਿੰਨ ਚੇਲੇ ਅੰਤਰੀਵ ਸਾਧਨ ਰੂਪ ਪ੍ਰਵਾਨ ਪ੍ਰਮਾਣਿਕ ਅਨੁਸਾਰੀ ਪੈਦਾ ਕੀਤੇ। ਇੱਕ ਸੰਸਾਰੀ ਵਿਆਕਰਨ ਅਨੁਸਾਰ ਇੱਥੇ ਸੱਚੇ ਦੇ ਕੰਨੇ ਚੋਂ ਐੜਾ ਕੱਢ ਕੇ ਸੰਸਾਰੀ ਬਣਿਆ ਸੰਸਾਰੀ ਬਣਿਆ। ਸੋ ਇਸ ਪ੍ਰਕਾਰ ਸੰਸਿਆਂ ਦੇ ਅਰੀ ਇੱਕ ਸਰਵਣ ਤੇ ਦੂਜਾ ਮੰਨਣ ਪੈਦਾ ਹੋਏ। ਇੱਕ ਸਰਵਣ ਦਾ ਗੁਣ ਤੇ ਦੂਸਰਾ ਮੰਨਣ ਦਾ। ਮਹਿੰਗੇ ਅਰਥ ਥੋੜੇ ਜਿਹੇ, ਪਰ ਸੁਣੋ ਤੇ ਫਿਰ ਜੇ ਲੱਭੇ ਕੁਛ ਤਾਂ ਜ਼ਰੂਰ ਕੋਈ ਨਾ ਕੋਈ ਲਾਭ ਹੋਏਗਾ। ਜਿਹੜੀ ਭਾਵਨਾ ਤੇ ਪ੍ਰਤੀਬਿੰਬ ਭਾਵਨਾ, ਅਸੰਗ ਭਾਵਨਾ ਤੇ ਸੰਸ਼ੇ ਦੀ ਭਾਵਨਾ। ਅਸੰਗ ਭਾਵਨਾ ਵਿੱਚ ਪ੍ਰਮਾਣਗਤ ਤੇ ਪ੍ਰਮੇਯਗਤ ਦੋ ਸੰਸ਼ੇ ਹੁੰਦੇ ਆ। ਇਹ ਜਿਹੜੇ ਸੰਸ਼ੇ ਆ ਨਾ, ਇਹ ਇੱਕ ਸੰਸਾਰੀ ਜਦੋਂ ਸੰਸ਼ਿਆਂ ਦਾ ਅਰੀ ਹੋ ਗਿਆ ਮਨ, ਭਾਵ ਸੰਸ਼ੇ ਅੰਦਰੋਂ ਖਤਮ ਹੋ ਗਏ, ਪ੍ਰਮਾਣਗਤ ਜਿਹੜਾ ਸੰਸਾ ਹੁੰਦਾ ਨਾ, ਜਿਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਹੀਂ ਸੁਣਿਆ ਉਸ ਨੂੰ ਸੰਸਾ ਹੈ ਕਿ ਗੁਰਬਾਣੀ ਵਿੱਚ ਕੀ ਲਿਖਿਆ ਹੋਇਆ ਹੈ। ਅਦਵੈਤ ਦਾ ਕਥਨ ਕੀਤਾ ਕਿ ਦਵੈਤ ਦਾ, ਇਹ ਪ੍ਰਮਾਣਗਤ ਸੰਸਾ ਹੈ। ਇਹ ਸਰਵਣ ਕਰਨੇ ਕਰਕੇ ਨਾਸ਼ ਹੁੰਦਾ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਪਾਠ ਸਰਵਣ ਕੀਤਾ ਤਾਂ ਹੁਕਮ ਆਇਆ ਏਕੈ ਰੇ ਹਰ ਏਕੈ ਜਾਨ, ਕਾਹੇ ਭ੍ਰਮਤ ਹੋ ਤੁਮ ਭਰਮਹੁ ਨਾ ਭਾਈ, ਰਵਿਆ ਰੇ ਰਵਿਆ ਸਰਬ ਥਾਨ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਤਾਂ ਪਤਾ ਲੱਗ ਗਿਆ ਕਿ ਗੁਰਬਾਣੀ ਵਿੱਚ ਅਦਵੈਤ ਦਾ ਕਥਨ ਹੈ। ਇਉਂ ਪ੍ਰਮਾਣਗਤ ਸੰਸਾ ਸਰਵਣ ਕਰਨ ਨਾਲ ਨਾਸ਼ ਹੋ ਗਿਆ। ਜਿਵੇਂ ਉਹ ਜਹਾਂਗੀਰ ਨੂੰ ਸੰਸਾ ਪੈ ਗਿਆ ਸੀ ਨਾ, ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਦੇ ਅੰਦਰ ਉਹ ਸੋਚਦਾ ਸੀ, ਉਹਨੂੰ ਉਹਦੇ ਵਜ਼ੀਰਾਂ ਨੇ ਦੱਸਤਾ ਵੀ ਇਸਲਾਮ ਦੀ ਨਿੰਦਾ ਲਿਖੀ ਹੋਈ ਆ। ਪਰ ਜਦੋਂ ਉਸਨੇ ਮਹਾਰਾਜ ਸਾਹਿਬ ਜੀ ਦਾ ਬਟਾਲੇ ਵਿੱਚ ਕਹਿੰਦੇ ਉਦੋਂ ਆਇਆ ਸੀ, ਤੇ ਜਦੋਂ ਸਰੂਪ ਪ੍ਰਕਾਸ਼ ਕਰਵਾ ਕੇ ਫਿਰ ਇਹਨੇ ਭਾਈ ਗੁਰਦਾਸ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਜੀ ਉਦੋਂ ਲੈ ਕੇ ਗਏ ਸੀ।
ਤੇ ਫਿਰ ਕਹਿੰਦੇ ਜਦੋਂ ਹੁਕਮਨਾਮਾ ਆਇਆ ਸੀ ਤੇ ਹੁਕਮਨਾਮਾ ਸਾਹਿਬ ਆਇਆ ਸੀ, ਯਕ ਅਰਜ ਗੁਪਤਮ ਪੇਸ਼ ਤੋਂ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਫਿਰ ਜਦੋਂ ਕਹਿੰਦੇ ਜੀ ਥੋੜੇ ਅੰਗ ਬਦਲ ਕੇ ਫਿਰ ਪੜੋ, ਤੇ ਮਹਾਰਾਜ ਦੀ ਕੁਦਰਤ ਵੇਖੋ, ਮੁੜ ਕੇ ਆਇਆ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਫਿਰ ਕਹਿੰਦਾ ਨਹੀਂ ਜੀ ਇੱਧਰੋਂ ਅੱਗੋਂ ਥੋੜਾ ਜਿਹਾ ਪੜੋ। ਉਹ ਜਿਹੜੇ ਨਿੰਦਕ ਲੋਕ ਸੀ ਉਹ ਜਹਾਂਗੀਰ ਨੂੰ ਸ਼ੰਕੇ ਪਾਉਂਦੇ ਸੀ। ਤੇ ਫਿਰ ਆਇਆ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ। ਇਹ ਹੁਕਮਨਾਮੇ ਜਦੋਂ ਸਰਵਣ ਕੀਤੇ ਉਸਨੂੰ ਪਤਾ ਲੱਗ ਗਿਆ ਗੁਰਬਾਣੀ ਵਿੱਚ ਸਭ ਨੂੰ ਸਾਂਝਾ ਉਪਦੇਸ਼ ਹੈ, ਇਸ ਵਿੱਚ ਕਿਸੇ ਮਜ਼ਹਬ ਦੀ ਨਿੰਦਾ ਨਹੀਂ, ਸਚਾਈ ਕਹੀ ਹੈ। ਤੇ ਉਹਨੇ ਕਿਹਾ, ਜੋ ਮਹਾਰਾਜ ਨੂੰ ਕਿਹਾ ਸੀ ਨਾ ਵੀ ਮਹਾਰਾਜ ਇਹਦੇ ਚ ਸਾਡੇ ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ। ਮਹਾਰਾਜ ਕਹਿੰਦੇ ਵੀ ਅਸੀਂ ਇਹਦੀ ਸਿਫਤ ਨਹੀਂ ਲਿਖ ਸਕਦੇ, ਸਾਡੇ ਮਤ ਅਨੁਸਾਰ ਤਾਂ ਆਇਆ ਵੀ ਦੋਜਕ ਪਾਉਂਦਾ ਕਿਉਂ ਰਹੇ ਜਾਂ ਚਿੱਤ ਨਾ ਹੋਏ ਰਸੂਲ। ਮਹਾਰਾਜ ਕਹਿੰਦੇ ਉਹ ਰਸੂਲ ਵੀ ਜਿਹੜਾ ਨਾ ਉਹ ਵੀ ਨਰਕਾਂ 'ਚ ਪੈਂਦਾ ਰਹਿ ਨਹੀਂ ਸਕੂਗਾ ਜੇ ਉਹਨੂੰ ਚੇਤੇ ਚ ਅੱਲਾ ਨਹੀਂ ਹੈਗਾ ਤਾਂ। ਸਾਡਾ ਮਤ ਤਾਂ ਇਹ ਆ। ਤੇ ਫਿਰ ਜਹਾਂਗੀਰ ਜਿਹੜਾ ਸੀ ਉਦੋਂ ਚੁੱਪ ਕਰ ਗਿਆ ਸੀ। ਲਾਹੌਰ ਮਹਾਰਾਜ ਨਾਲ ਮੁਲਾਕਾਤ ਹੋਈ ਸੀ। ਤੇ ਪਰਮੇਗਤ ਸੰਸਾ ਕੀ ਹੁੰਦਾ ਹੈ? ਜੀਵ ਈਸ਼ ਦਾ ਭੇਦ ਗਿਆਨ ਸੱਤ ਹੈ ਅਤੇ ਅਭੇਦ ਗਿਆਨ ਸੱਤ ਹੈ, ਇਹ ਸੋਚਣਾ ਕਿ ਮੈਂ ਅਲਪੱਗ ਹਾਂ, ਉਹ ਸਰਬੱਗ ਹੈ, ਏਕਤਾ ਕਿਸ ਪ੍ਰਕਾਰ ਹੋਵੇਗੀ। ਇਸ ਦੀ ਨਿਵਰਤੀ ਅਭੇਦ ਦੀਆਂ ਜਿਹੜੀਆਂ ਸਾਧਕ ਅਤੇ ਭੇਦ ਦੀਆਂ ਜਿਹੜੀਆਂ ਬਾਧਕ ਜੁਗਤੀਆਂ ਦੁਆਰਾ ਮੰਨਣ ਕਰਨ ਨਾਲ ਇਹ ਪਰਮੇਗਤ ਸੰਸਾ ਨਾਸ਼ ਹੁੰਦਾ ਅੰਦਰੋਂ। ਸੰਸਾ ਅਰੀ ਇਹਦਾ ਅਰਥ ਆਪਾਂ ਕੀਤਾ, ਜਿਹੜੇ ਅੰਦਰ ਸ਼ੰਕੇ ਪਏ ਹੁੰਦੇ ਆ ਨਾ ਉਹ ਨਾਸ਼ ਹੁੰਦੇ ਆ। ਕਦੋਂ ਨਾਸ਼ ਹੁੰਦੇ ਆ? ਜਦੋਂ ਬੁੱਧੀ ਵਿੱਚ ਉਹਦਾ ਪ੍ਰਤੀਬਿੰਬ ਪੈਂਦਾ ਹੈ, ਜਦੋਂ ਉਹਦਾ ਪ੍ਰਕਾਸ਼ ਹੁੰਦਾ ਹੈ। ਇੱਕ ਮਾਇਆ ਦੇ ਪਤੀ ਪਰਮੇਸ਼ਰ ਦਾ ਜਦੋਂ ਸਾਡੀ ਬੁੱਧੀ ਵਿੱਚ ਆਭਾਸ ਪੈਂਦਾ ਹੈ, ਪ੍ਰਕਾਸ਼ ਪੈਂਦਾ ਹੈ, ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਉਸ ਸਮੇਂ ਤਿੰਨ ਸਾਧਨਾ ਰੂਪ ਸੰਯੁਕਤ ਹੋ ਜਾਈਦਾ ਹੈ, ਅੰਦਰ ਪ੍ਰਕਾਸ਼ ਦੀ ਦਾਤ ਪ੍ਰਾਪਤ ਹੁੰਦੀ ਹੈ ਤੇ ਸਾਰੇ ਸੰਸ਼ੇ ਜਿਹੜੇ ਆ ਉਹ ਨਾਸ਼ ਹੋ ਜਾਂਦੇ ਆ। ਇੱਕ ਭੰਡਾਰੀ ਭੰਡ ਅਰੀ ਵਿਆਕਰਨ ਅਨੁਸਾਰ ਡੱਡੇ ਦੇ ਕੰਨੇ ਵਿੱਚੋਂ ਐੜਾ ਕੱਢ ਕੇ, ਇਸ ਪ੍ਰਕਾਰ ਇੱਕ ਭੰਡੀ ਪਾਉਣ ਵਾਲੀ ਜੋ ਵਿਪਰਜੇ ਬੁੱਧੀ ਆ, ਅੰਦਰ ਸਾਡੇ ਵਿਪਰਜੇ ਬੁੱਧੀ ਉਲਟ ਚੱਲਦੀ। ਜਿਹੜਾ ਵੀ ਕੋਈ ਉਪਦੇਸ਼ ਸੁਣੇ ਉੱਤੇ ਸ਼ੰਕਾ ਕਰਨਾ, ਉਹ ਗੁਰੂ ਜੀ ਦੇ ਉਪਦੇਸ਼ ਤੋਂ ਉਲਟ ਚੱਲਣਾ। ਭਾਵ ਜੇ ਸੇਵਾ ਸਿਮਰਨ ਨੂੰ ਕਿਹਾ ਤੇ ਉਲਟ ਚੱਲਣਾ। ਇਹਦਾ ਜਿਹੜਾ ਨਾ ਇਹ ਕਮਾਈ ਦੇ ਨਾਲ ਇਹ ਨਾਸ਼ ਹੁੰਦੀ ਹੈ। ਇਹ ਵਿਪਰੀਤ ਭਾਵਨਾ ਸੰਸੇ ਦਾ ਜਿਹੜਾ ਨਾਸ਼ ਉਦੋਂ ਹੁੰਦਾ ਜਦੋਂ ਕਮਾਈ ਕਰੀਏ। ਤੇ ਨਾ ਦਿਸਣ ਵਾਲੀਆਂ ਚੀਜ਼ਾਂ ਤੇ ਤਾਂ ਮਤਲਬ ਬੇਅੰਤ ਨੇ ਜਿਹੜੀਆਂ ਨਹੀਂ ਦਿਸਦੀਆਂ, ਤੇ ਹਰ ਵੇਲੇ ਗੁਰੂ ਜੀ ਦੇ ਬਚਨਾਂ ਦੇ ਉਲਟ, ਧਾਰਮਿਕ ਸਿੱਖਿਆ ਦੇ ਉਲਟ। ਤੇ ਉਹ ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਦਿਸਦੀਆਂ ਹੀ ਹਨ। ਹਾਂਜੀ, ਜਿਵੇਂ ਅੱਖਾਂ ਵਿੱਚ ਆਪ ਪਾਇਆ ਸੁਰਮਾ ਨਹੀਂ ਦਿਸਦਾ ਨਾ, ਸਰੀਰ ਵਿੱਚ ਕਾਮ ਕ੍ਰੋਧ ਭੁੱਖ ਤ੍ਰੇ ਆਦਿਕ ਬੇਅੰਤ ਵਸਦੇ ਆ, ਉਹ ਕਦੀ ਕਿਸੇ ਨੇ ਅੱਖਾਂ ਨਾਲ ਥੋੜ੍ਹਾ ਦੇਖਿਆ। ਦੇਖਣ ਵਾਲੀਆਂ ਅੱਖਾਂ ਦੀਆਂ ਜਿਹੜੀਆਂ ਧੀਰੀਆਂ ਹੀ ਆਪ ਨੂੰ ਨਹੀਂ ਦਿਸਦੀਆਂ, ਤੇ ਫਿਰ ਅੱਖਾਂ ਨੂੰ ਆਪਣਾ ਆਪ ਥੋੜ੍ਹਾ ਦਿਸਦਾ, ਤੇ ਫਿਰ ਕੀ ਕਵਾਂਗੇ ਸਾਡੀਆਂ ਅੱਖਾਂ ਨਹੀਂ ਹੈ। ਇਸ ਕਰਕੇ ਭਾਈ ਗੁਲਾਬ ਸਿੰਘ ਜੀ ਇੱਕ ਹੋਏ ਆ, ਉਹਨਾਂ ਨੇ ਮੋਕਸ਼ ਪੰਥ ਵਿੱਚ ਲਿਖਿਆ ਕਿ ਇਹ ਚੀਜ਼ਾਂ ਹੁੰਦੀਆਂ ਹੋਈਆਂ ਵੀ ਨਹੀਂ ਦਿਸਦੀਆਂ। ਦੂਰ ਸਮੀਪ ਇੰਦਰੇ ਕੀ ਹਾਨ, ਮਨ ਚੰਚਲ ਸੂਖਮ ਬਿਬਧਾਨ, ਤਿਰਸਕਾਰ ਸਜਾਤੀ ਸੰਗ, ਇਹ 8 ਦੋਖ ਜਾਨ ਚਿਤ ਅੰਗ। ਇਹ 8 ਦੋਸ਼ ਮੰਨੇ ਆ। ਕਈ ਕਹਿੰਦੇ ਆ ਕਿ ਪਿੱਛੇ ਰੱਬ ਕੋਈ ਰਾਜਾ ਹੋਣਾ ਤੇ ਹੁਣ ਨਹੀਂ ਹੈਗਾ। ਉਹਨਾਂ ਦੀ ਹਾਲਤ ਇਸ ਪ੍ਰਕਾਰ ਦੀ ਹੈ, ਸੂਰਜ ਪ੍ਰਤੱਖ ਚੜ੍ਹਦਾ ਹੈ ਪਰ ਉੱਲੂ ਹੁਣ ਜਿਹੜਾ ਹੈ ਉਹਦੇ ਵਾਸਤੇ ਤਾਂ ਨਹੀਂ ਨਾ ਚੜ੍ਹਦਾ। ਉੱਲੂ ਦੇਣ ਗਵਾਹੀਆਂ ਛਾਹ ਦੀ ਚਾਮ ਚਗੜਾਂ, ਸੂਰਜ ਚੜੇ ਨਾ ਕੁੱਲ ਵਿਖੇ ਬਾਦ ਕਹਿਣ ਸਭ ਇੱਕ। ਇਹ ਹੁਣ ਸੂਰਜ ਚੜਿਆ, ਸਭ ਨੂੰ ਰੌਸ਼ਨੀ ਮਿਲ ਰਹੀ ਹੈ, ਪਰ ਜਿਹੜੇ ਉੱਲੂ ਦੀ ਨਿਆਈ ਆਪਣੇ ਨੇਤਰ ਹੀ ਬੰਦ ਕਰ ਛੱਡੇ, ਮਨ ਬੁੱਧ ਰੂਪੀ ਨੇਤਰ, ਤੇ ਉਹਨਾਂ ਨੂੰ ਗੁਰਬਾਣੀ ਦਾ ਚਾਨਣ ਜਿਹੜਾ ਉਹ ਦਿਖਾਈ ਨਹੀਂ ਦਿੰਦਾ। ਹੁਣ ਤਾਂ ਜਿਹੜੇ ਆ ਕੋਈ ਸਾਇੰਸ ਭਾਵੇਂ ਤਰੱਕੀ ਕਰ ਗਈ ਹੈ, ਬੜਾ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਕਈ ਚੀਜ਼ਾਂ ਆਯਾਤ ਕੀਤੀਆਂ ਨੇ,
पर फिर भी परमेश्वर का कोई अंत थोड़ा पा सकता है। महाराज सच्चे पातशाह तो वेखो सैल पत्थर मह जंतो पाए ता कर रिजक आग्या कर धरिया। माता दे गर्भ विच वाहिगुरु जी रखिया करदे आ। मात गर्भ मह आपन सिमरन दे तह तुम राखन हारे। इस करके परमेश्वर ਦਾ ਕੋਈ ਅੰਤ नहीं पाया जा सकता। सच्चे पातशाह जी महाराज कहते भाई ਜਿਹੜੀ ਵਿਪਰਜੇ बुद्धि है ना ਉਹ अंदरों नाश हो जाती है। फिर ਜਦੋਂ प्रकाश पैंदा है ਤੇ ਇੱਕ ਲਾਏ ਦੀ ਬਾਣ ਇੱਕ ਅਪਰੋਖ ਗਿਆਨ ਪੈਦਾ ਹੋਇਆ ਜਿਸ ਨੂੰ ਸਾਰੀ ਆਸਰੀ ਸੰਪਦਾ ਅਗਿਆਨ ਤੋਂ ਉਸ ਦੇ ਕਾਰਜ ਨੂੰ ਅਤੇ ਜਿੰਨੇ ਮਿੱਥਿਆ ਪਦਾਰਥ ਅਵਿਦਿਆ ਆਦਿਕ ਹਨ ਇਹਨਾਂ ਸਾਰਿਆਂ ਨੂੰ ਲੈ ਕਰਨ ਦੀ ਬਾਣ ਆਦਤ ਹੈ ਅਪਰੋਖ ਗਿਆਨ ਨੂੰ। ਇਹ ਅਪਰੋਖ ਗਿਆਨ ਇਸ ਪ੍ਰਕਾਰ ਦਾ ਕਿ ਕਰ ਕਰ ਵੇਖਿਆ ਸਿਰਜਣਹਾਰ। ਜਿਵੇਂ ਆਪਣੇ ਕਰ ਹੱਥਾਂ ਤੇ ਆਪਣੇ ਕਰ ਹੱਥ ਤੇ ਰੱਖ ਕੇ ਵੇਖ ਲਈਦਾ ਨਾ, ਇਸ ਪ੍ਰਕਾਰ ਸਿਰਜਣਹਾਰ ਨੂੰ ਪ੍ਰਗਟ ਕਰਕੇ ਵੇਖ ਲੈਂਦੇ ਆ। ਜਿਵੇਂ ਸੂਰਜ ਚੜ੍ਹਨ ਤੋਂ ਅੰਧੇਰਾ ਦੂਰ ਹੋ ਜਾਂਦਾ ਹੈ, ਸ਼ੇਰ ਦੇ ਜਾਗਣ ਤੋਂ ਮ੍ਰਿਗ ਵਾਲੀ ਜਿਹੜੀ ਆ ਮ੍ਰਿਗਾ ਵਾਲੀ ਭਾਵ ਹਿਰਨਾਂ ਦੀ ਡਾਰ ਉਹ ਭੱਜ ਜਾਂਦੀ ਹੈ। ਇਉਂ ਅਗਿਆਨ ਆਦਿ ਸਭ ਦਾ ਅਭਾਵ ਹੋ ਜਾਂਦਾ ਜਦੋਂ ਵਾਹਿਗੁਰੂ ਜੀ ਸਾਖਿਆਤ ਹੁੰਦੇ। ਜਦੋਂ ਵਾਹਿਗੁਰੂ ਜੀ ਦੀ ਜਿਹੜੀ ਆ ਨਾ ਉਹ ਸਾਖਿਆਤਤਾ ਹੁੰਦੀ ਹੈ ਉਦੋਂ ਇਹ ਸਾਰਾ ਅਗਿਆਨ ਕਾਲ ਜਿਹੜਾ ਹੈ ਉਹ ਨਾਸ਼ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਗਰੀਬ ਨਵਾਜ ਸਤਿਗੁਰੂ ਜੀ ਨੇ ਇਹ ਅੰਤਰੀਵ ਭਾਵ ਤੋਂ ਵੀ ਜਿਹੜੇ ਆ ਨਾ ਉਹ ਅਰਥ ਜਿਹੜੇ ਆ ਉਹ ਦੱਸਣਾ ਕੀਤੇ ਆ। ਤੇ ਆਪਾਂ ਹੁਣ ਮੂਲ ਭਾਵ ਜਿਹੜਾ ਨਾ ਉਹ ਫਿਰ ਜਿਹੜਾ ਉਹ ਸਰਵਣ ਕਰੀਏ ਤੇ ਫਿਰ ਆਪਾਂ ਹੌਲੀ ਹੌਲੀ ਸਮਾਪਤੀ ਵੱਲ ਵਧਾਂਗੇ। ਸਮਾਂ ਜਿਹੜਾ ਉਹ ਹੋ ਜਾਣਾ ਉਹਨੇ ਚਿਰ ਨੂੰ। ਤੇ ਇਹ 30ਵੀਂ ਪੌੜੀ ਹੈ ਸ੍ਰੀ ਜਪਜੀ ਸਾਹਿਬ ਜੀ ਦੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਏਕਾ ਏਕਾ ਕੌਣ ਹੈ? ਬ੍ਰਹਮ, ਜਿਹਦੇ ਵਰਗਾ ਕੋਈ ਹੋਰ ਨਹੀਂ। ਹੁਣ ਜਿਹੜੇ ਪਾਠ ਅੰਤਰ ਮਤਲਬ ਵਾਹਿਗੁਰੂ ਪਾਠਾਂ ਦੇ ਉੱਤੇ ਨਿਗਾਹ ਰੱਖ ਕੇ ਤੇ ਉਹਨਾਂ ਦੇ ਅਰਥ ਇੱਕ ਇੱਕ ਪਦ ਅਰਥ ਹੋਣ ਲੱਗੇ। ਏਕਾ ਏਕਾ ਕੌਣ ਹੈ? ਬ੍ਰਹਮ ਤੇ ਮਾਈ ਮਾਇਆ, ਜੁਗਤ ਸੰਜੋਗ ਹੋਣਾ ਭਾਵ ਜੁੜਨਾ। ਤੇ ਜਦੋਂ ਵਿਆਹੀ ਦਾ ਅਰਥ ਹੁੰਦਾ ਪ੍ਰਸੂਤ ਹੋਈ, ਪ੍ਰਾਦਰ ਭਾਵ ਨੂੰ ਪ੍ਰਾਪਤ ਹੋਈ ਭਾਵ ਕਿਸੇ ਦਾ ਜਨਮ ਹੋਣਾ। ਇੱਕ ਮਾਈ ਮਾਇਆ ਜਦੋਂ ਇੱਕ ਵਿੱਚ ਜੁੜੀ ਭਾਵ ਬ੍ਰਹਮ ਦਾ ਉਹਦੇ ਤੇ ਪ੍ਰਕਾਸ਼ ਪਿਆ ਤਾਂ ਫਿਰ ਕੀ ਹੋਇਆ? ਸ੍ਰਿਸ਼ਟੀ ਪੈਦਾ ਹੋਈ। ਸ੍ਰਿਸ਼ਟੀ ਪੈਦਾ ਕਿਵੇਂ ਹੋਈ? ਵਾਹਿਗੁਰੂ ਜੀ ਨੇ ਜਿਹੜੇ ਸੀ ਨਾ 3 ਚੇਲੇ ਹੋਏ ਜੋ ਪ੍ਰਮਾਣਿਕ ਦੇਵਤੇ ਮੰਨੇ ਜਾਂਦੇ ਆ। 3 ਚੇਲੇ ਪ੍ਰਵਾਨ, ਉਹਨਾਂ ਦੇ ਸਪੁਰਦ ਸ੍ਰਿਸ਼ਟੀ ਰਚਨ ਦੇ ਕੰਮ ਦੇ ਦਿੱਤੇ। ਮਹਾਰਾਜ ਜੀ ਨੇ ਸਿੱਧਾਂ ਨੂੰ ਆਖਿਆ ਵੀ ਇਹ 3 ਦੇਵਤੇ ਪਰਮੇਸ਼ਰ ਨੇ ਪੈਦਾ ਕੀਤੇ ਆ ਮਾਇਆ ਤੋਂ। 3 ਗੁਣ ਇਹ 3 ਦੇਵਤੇ ਤੇ ਉਹਨਾਂ ਦੇ ਸਪੁਰਦ ਸ੍ਰਿਸ਼ਟੀ ਰਚਨਾ ਦਾ ਕੰਮ ਜਿਹੜਾ ਨਾ ਉਹ ਤਿੰਨਾਂ ਨੂੰ ਦਿੱਤਾ ਵਾ। ਸੰਸਾਰੀ ਹੋਣਾ, ਭੰਡਾਰੀ ਹੋਣਾ ਤੇ ਲਾਏ ਦੀ ਬਾਣ ਹੋਣਾ। ਅਰਥਾਤ ਇੱਕ ਬ੍ਰਹਮਾ ਹੈ, ਇੱਕ ਵਿਸ਼ਨੂੰ ਹੈ, ਇੱਕ ਸ਼ਿਵ ਜੀ ਹੈ। ਜਦੋਂ ਕਈ ਵਾਰੀ ਸ੍ਰੀ ਜਪਜੀ ਸਾਹਿਬ ਦੀ ਕਥਾ ਵਿੱਚ ਇਹਨਾਂ ਦੇ ਨਾਮ ਕਈ ਸੁਣਦੇ ਆ ਤੇ ਉਹ ਸ਼ੰਕਾ ਕਰਨ ਲੱਗ ਜਾਂਦੇ, ਵੇਖੋ ਜੀ ਬ੍ਰਾਹਮਣਾਂ ਦਾ ਉਪਦੇਸ਼ ਦੇ ਰਹੇ ਆ, ਬ੍ਰਹਮਾ ਸ਼ਿਵ ਜੀ ਤੇ ਵਿਸ਼ਨੂੰ ਦਾ ਨਾਂ ਲੈ ਰਹੇ ਆ। ਇਹ ਤਾਂ ਜੀ ਜਪਜੀ ਸਾਹਿਬ 'ਚ ਏਦਾਂ ਮਹਾਰਾਜ ਨੇ ਕਿਹਾ ਨਹੀਂ। ਜਿਹੜਾ ਇਹ ਦੇਵਤਿਆਂ ਦੇ ਉਪਾਧੀ ਰੂਪੀ ਨਾਮ ਪਏ ਆ, ਮਾਇਆ ਤੋਂ 3 ਗੁਣ ਪੈਦਾ ਹੋਏ ਆ, ਜੋ ਰਜੋ ਗੁਣ ਹੈ, ਤਮੋ ਗੁਣ ਹੈ ਤੇ ਸਤੋ ਗੁਣ ਹੈ। ਤੇ ਇਹਨਾਂ ਦੇ ਅਭਿਮਾਨੀ ਦੇਵਤੇ ਆ। ਰਜੋ ਗੁਣ ਦੇ ਅਭਿਮਾਨੀ ਬ੍ਰਹਮਾ ਜੀ ਆ, ਸਤੋ ਗੁਣ ਦੇ ਵਿਸ਼ਨੂੰ ਜੀ ਆ ਤੇ ਤਮੋ ਗੁਣ ਦੇ ਸ਼ਿਵ ਜੀ ਆ। ਪਰ ਆਪ ਉਹ ਸੁਤੰਤਰ ਵੈ ਪਰਮੇਸ਼ਰ, ਕਾਰਕ ਨਹੀਂ ਹੈ। ਜਿਸ ਤਰ੍ਹਾਂ ਉਸ ਇੱਕ ਅਕਾਲ ਪੁਰਖ ਨੂੰ ਭਾਉਂਦਾ ਹੈ, ਜਿਵ ਤਿਸ ਭਾਵੈ ਤਿਵੈ ਚਲਾਵੈ। ਜਿਵੇਂ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਹੈ ਤਿਵੇਂ ਉਹਨਾਂ ਚੇਲਿਆਂ ਨੂੰ ਚਲਾਉਂਦਾ ਹੈ। ਤਿਵੇਂ ਮਾਇਆ ਦੇ 3 ਗੁਣਾਂ ਨੂੰ ਵਾਹਿਗੁਰੂ ਜੀ ਚਲਾਉਂਦੇ ਆ ਤੇ ਉਹ ਚੱਲਦੇ ਹਨ ਜਿਵੇਂ ਉਸ ਇੱਕ ਵਾਹਿਗੁਰੂ ਦਾ ਹੁਕਮ ਹੁੰਦਾ। ਜਿਵੇਂ ਪਰਮੇਸ਼ਰ ਆਪਣਾ ਹੁਕਮ ਕਰਦਾ
ਵਾਹਿਗੁਰੂ ਦੇ ਹੁਕਮ ਵਿੱਚ ਮਾਇਆ ਹਰਕਤ ਵਿੱਚ ਆਉਂਦੀ ਹੈ। ਆਗਿਆਕਾਰੀ ਕੀਨੀ ਮਾਇਆ, ਮਹਾਰਾਜ ਜੀ ਨੇ ਬਚਨ ਕਹੇ ਨਾ, ਮਾਇਆ ਨੂੰ ਆਗਿਆਕਾਰੀ ਕੀਤਾ ਹੈ। ਜਿਵੇਂ ਪਰਮੇਸ਼ਰ ਦਾ ਹੁਕਮ ਹੁੰਦਾ ਹੈ ਉਵੇਂ ਹੀ ਹੁੰਦਾ ਹੈ, ਹੁਕਮ ਤੋਂ ਬਾਹਰ ਕੁਛ ਨਹੀਂ ਹੁੰਦਾ। ਇਹ ਵੱਡਾ ਅਸਚਰਜ ਹੈ, ਬਹੁਤਾ ਇਹੋ ਵਡਾਣ। ਕੀ ਅਸਚਰਜ ਹੈ? ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਕਿ ਉਹ ਆਪ ਤਾਂ ਪਰਮੇਸ਼ਰ ਵੇਖਦਾ ਹੈ, ਪਰ ਉਹਨਾਂ ਤਿੰਨਾਂ ਨੂੰ ਵਾਹਿਗੁਰੂ ਨਹੀਂ ਦਿਸਦੇ। ਜਿੱਥੋਂ ਪ੍ਰਤੀਬਿੰਬ ਪੈ ਰਿਹਾ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਜੀ ਨਹੀਂ ਦਿਸਦੇ। ਤਾਂ ਤੇ ਇਹਨਾਂ ਤਿੰਨਾਂ ਤੋਂ ਉੱਚੇ ਉੱਠ ਕੇ ਉਸ ਕਰਤਾ ਪੁਰਖ ਨੂੰ ਮਹਾਰਾਜ ਕਹਿੰਦੇ ਜਾਣੋ। ਸਿੱਧੋ, ਜਿਹੜੀ ਇਹ ਰਚਨਾ ਰਚੀ ਹੈ ਨਾ, ਤੁਸੀਂ ਰਚਨਾ ਵਿੱਚ ਮਹਾਰਾਜ ਕਹਿੰਦੇ ਲੱਗੇ ਹੋਏ ਆ। ਮਾਇਆ ਦੇ 3 ਗੁਣ ਤੇ ਉਹਨਾਂ ਦੇਵਤਿਆਂ ਦੇ ਵਿੱਚ ਮਹਾਰਾਜ ਕਹਿੰਦੇ ਲੱਗੇ ਹੋਏ ਆ, ਪਰ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲ ਰਹੇ ਆ। ਇਹ ਆਪ ਸੁਤੰਤਰ ਨਹੀਂ। ਬ੍ਰਹਮਾ ਬਿਸ਼ਨ ਮਹੇਸ਼ ਉਪਾਇਨ ਹੁਕਮ ਕਮਾਵ ਨਕਾਰਾ। ਇਹ ਵਾਹਿਗੁਰੂ ਨੇ ਪੈਦਾ ਕੀਤੇ ਆ ਤੇ ਵਾਹਿਗੁਰੂ ਦੇ ਹੁਕਮ ਵਿੱਚ ਇਹ ਕਾਰ ਜਿਹੜੀ ਆ ਕਮਾਉਂਦੇ ਆ। ਜਿਸ ਤਰ੍ਹਾਂ ਪਰਮੇਸ਼ਰ ਦਾ ਹੁਕਮ ਹੁੰਦਾ ਤੇ ਬ੍ਰਹਮਾ ਜੀ ਸ੍ਰਿਸ਼ਟੀ ਸਾਜਦੇ ਆ, ਜਿਸ ਤਰ੍ਹਾਂ ਵਾਹਿਗੁਰੂ ਦਾ ਹੁਕਮ ਹੁੰਦਾ ਵਿਸ਼ਨੂੰ ਰੋਜੀ ਦਿੰਦੇ ਆ, ਜਿਸ ਤਰ੍ਹਾਂ ਵਾਹਿਗੁਰੂ ਦਾ ਹੁਕਮ ਹੁੰਦਾ ਉਸ ਤਰ੍ਹਾਂ ਫਿਰ ਜੀਵ ਸੰਸਾਰ ਤੋਂ ਕੂਚ ਕਰਦੇ ਆ, ਇਸ ਸੰਸਾਰ ਤੋਂ ਦੇਹਾਂ ਬਿਨਸ ਜਾਂਦੀਆਂ ਹਨ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਵਾਹਿਗੁਰੂ ਦੇ ਹੁਕਮ ਨੂੰ ਪਹਿਚਾਨਣਾ ਕਰੋ। ਜਿਹੜਾ ਸ਼ਕਤੀ ਦਾ ਆਪ ਸੋਮਾ ਹੈ, ਉਸ ਸ਼ਕਤੀ ਦੇ ਸੋਮੇ ਨਾਲ ਜੁੜੋ, ਨਾ ਕਿ ਮਾਇਆ ਦੇ 3 ਗੁਣਾਂ 'ਚ ਉਲਝ ਕੇ ਸੰਸਾਰ ਦੀ ਰਚਨਾ 'ਚ ਹੀ ਫਸ ਜਾਓ। ਤੇ ਜਦੋਂ ਸੰਸਾਰ ਦੀ ਰਚਨਾ 'ਚ ਹੀ ਫਸ ਗਏ ਤੇ ਫਿਰ ਉਸ ਵਾਹਿਗੁਰੂ ਤੱਕ ਨਹੀਂ ਪਹੁੰਚਿਆ ਜਾਣਾ। ਧਿਆਨ ਦੀ ਜਿਹੜੀ ਪਰਪੱਕਤਾ ਨਾ, ਇਹ ਸਮਾਧੀ ਨਾਲ ਜਾਂ ਗਿਆਨ ਵਿੱਚ ਫਿਰ ਪਰਮ ਪਦ ਤੱਕ ਗਿਆਨ ਵੀ ਲੈ ਜਾਂਦਾ। ਜਿੰਨਾ ਗਿਆਨ ਜ਼ਿਆਦਾ ਹੁੰਦਾ ਉਨਾ ਧਿਆਨ ਲੱਗਦਾ, ਜਿੰਨਾ ਧਿਆਨ ਲੱਗਦਾ ਉਨਾ ਗਿਆਨ ਵੱਧ ਜਾਂਦਾ। ਜਿਸ ਚੀਜ਼ ਦਾ ਪੂਰਾ ਗਿਆਨ ਹੋ ਜਾਵੇ ਉਹਦੇ ਤੋਂ ਫਿਰ ਧਿਆਨ ਟੁੱਟ ਜਾਂਦਾ। ਜਿਵੇਂ ਪਹਿਲਾਂ ਕੋਈ ਗੱਡੀ ਸਿੱਖਦਾ ਨਾ ਚਲਾਉਣੀ, ਤੇ ਬੜੇ ਧਿਆਨ ਨਾਲ ਚਲਾਉਣੀ ਸਿੱਖਦਾ ਤੇ ਬੜੇ ਧਿਆਨ ਨਾਲ ਚਲਾਉਂਦਾ, ਇੱਧਰ ਉੱਧਰ ਧਿਆਨ ਨਹੀਂ ਉਹਦਾ ਹੁੰਦਾ। ਜਦੋਂ ਉਹਨੂੰ ਪੂਰਾ ਗਿਆਨ ਹੋ ਜਾਂਦਾ ਉਹਦੇ ਚਲਾਉਣ ਦਾ, ਫਿਰ ਉਹਦਾ ਧਿਆਨ ਖਿੰਡ ਜਾਂਦਾ। ਫਿਰ ਗੱਡੀ ਚਲਾਉਂਦਿਆਂ ਹੋਰ ਟੇਪ ਵੀ ਸੁਣ ਲੈਂਦਾ, ਗੱਲਾਂ ਵੀ ਕਰ ਲੈਂਦਾ, ਫੋਨ ਵੀ ਕਈ ਸੁਣ ਲੈਂਦੇ ਆ, ਤੇ ਉਹਨੂੰ ਜ਼ਿਆਦਾ ਉਹਦੇ ਵਿੱਚ ਧਿਆਨ ਨਹੀਂ ਫਿਰ ਲਾਉਣਾ ਪੈਂਦਾ। ਧਿਆਨ ਫਿਰ ਸਾਰਾ ਖਿੰਡ ਜਾਂਦਾ ਕਿਉਂਕਿ ਉਹਦਾ ਸੰਪੂਰਨ ਗਿਆਨ ਹੋ ਗਿਆ। ਪਰਮੇਸ਼ਰ ਵਾਹਿਗੁਰੂ ਜੀ ਦਾ ਸੰਪੂਰਨ ਗਿਆਨ ਨਹੀਂ ਕਿਸੇ ਨੂੰ ਹੁੰਦਾ। ਜਿੰਨਾ ਧਿਆਨ ਜੁੜਦਾ ਉਨਾ ਗਿਆਨ ਵੱਧਦਾ, ਜਿੰਨਾ ਗਿਆਨ ਵੱਧਦਾ ਉਨਾ ਧਿਆਨ ਵੱਧਦਾ ਚਲਿਆ ਜਾਂਦਾ। ਤੇ ਫਿਰ ਕੀ ਹੁੰਦਾ, ਉਸ ਸ਼ਕਤੀ ਦੇ ਸੋਮੇ ਵਿੱਚ ਸਮਾ ਜਾਈਦਾ ਹੈ। ਜਿਹਦੀ ਸੁਰਤ ਮਾਇਆ ਵਿੱਚ ਰਹਿੰਦੀ ਹੈ, ਮਾਇਆ ਤੋਂ 3 ਗੁਣਾਂ 'ਚ ਰਹਿੰਦੀ ਹੈ, ਮਹਾਰਾਜ ਕਹਿੰਦੇ ਭਾਈ ਉਹ ਸੰਸਾਰ 'ਚ ਅਟਕੇ ਰਹਿੰਦੇ ਆ। ਤੇ ਸੰਸਾਰ ਤੋਂ ਸਿੱਧੋ ਆਪਣੀ ਬਿਰਤੀ ਹਟਾ ਕਰਕੇ ਅਸੀਂ ਤਾਂ ਉਤਪਤੀ ਪਰਮੇਸ਼ਰ ਤੋਂ ਮੰਨਦੇ ਹਾਂ। ਵਾਹਿਗੁਰੂ ਤੋਂ ਸਭ ਦੀ ਉਤਪਤੀ ਹੋਈ ਹੈ। ਉਹਨੇ ਸਾਰੀ ਕਾਇਨਾਤ ਨੂੰ ਆਪਣੇ ਆਪ ਤੋਂ ਪ੍ਰਗਟ ਕੀਤਾ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਇਹ ਮਹਾਰਾਜ ਜੀ ਨੇ ਜਗਤ ਦੀ ਰਚਨਾ ਦਾ ਕਾਰਨ ਦੱਸਿਆ ਇਸ ਪੌੜੀ ਦੇ ਅੰਦਰ, ਕਿ ਇੱਕ ਬ੍ਰਹਮ ਨੇ ਮਾਇਆ ਪੈਦਾ ਕਰਕੇ 3 ਗੁਣ ਮਾਇਆ ਦੇ ਰਚ ਕੇ ਤੇ ਫਿਰ ਮਹਾਰਾਜ ਕਹਿੰਦੇ ਭਾਈ ਇਸ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਲਾਇਆ। ਜਿਵੇਂ ਮਹਾਰਾਜ ਨੇ ਕਿਹਾ ਸੀ ਨਾ, ਆਪ ਨਾਥ ਨਾਥੀ ਸਭ ਜਾ ਕੇ, ਆਪ ਉਹ ਮਾਲਕ ਵਾ ਤੇ ਉਹਦੇ ਹੁਕਮ ਦੇ ਵਿੱਚ ਨੱਥੀ ਹੋਈ। ਜਿਹੜਾ ਨੱਕ ਨੱਤ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੀ। ਵਾਹਿਗੁਰੂ ਦੇ ਹੁਕਮ 'ਚ ਹੈ ਜੀਵ ਜਿੱਧਰ ਨੂੰ ਚੱਲਦੇ ਆ, ਜਿਹੋ ਜਿਹੇ ਸੁਭਾਅ ਹੈ, ਜਿਹੋ ਜਿਹਾ ਬੋਲਦੇ ਆ,
ਕਰਮ ਕਮਾਉਂਦੇ ਆ, ਸਭ ਕੁਝ ਵਾਹਿਗੁਰੂ ਦੇ ਹੁਕਮ ਵਿੱਚ ਆ। ਤੇ ਮਹਾਰਾਜ ਕਹਿੰਦੇ ਭਾਈ ਜਿਸ ਤਰ੍ਹਾਂ ਵਾਹਿਗੁਰੂ ਜੀ ਨੂੰ ਭਾਉਂਦਾ ਹੈ, ਤੇ ਇਸ ਤਰ੍ਹਾਂ ਫਿਰ ਸਾਰੀ ਸ੍ਰਿਸ਼ਟੀ ਨੂੰ ਮਹਾਰਾਜ ਚਲਾਉਂਦੇ ਆ, ਤੇ ਇਸ ਸਾਰੀ ਕਾਇਨਾਤ ਨੂੰ ਆਪਣੀ ਸੱਤਾ ਪਾ ਕੇ ਹਰਕਤ ਦੇ ਰਹੇ ਆ। ਪ੍ਰਤੀਬਿੰਬ ਨਾ ਪਵੇ, ਸੱਤਾ ਨਾ ਪਵੇ, ਤਾਂ ਫਿਰ ਸ੍ਰਿਸ਼ਟੀ ਮੁਰਦਾ ਹੈ, ਫਿਰ ਜੜ ਹੈ। ਮਾਇਆ ਜਿਹੜੀ ਹੈ ਉਹ ਅਸਤ, ਜੜ ਤੇ ਦੁੱਖ ਰੂਪ ਹੈ। ਬ੍ਰਹਮ ਜਿਹੜਾ ਹੈ ਉਹ ਸਤ, ਚਿੱਤ ਤੇ ਆਨੰਦ ਸਰੂਪ ਹੈ। ਇਹ ਲੱਖਣ ਮਾਇਆ ਦੇ ਤਿੰਨ ਹੈ, ਤੇ ਇਹ ਲੱਖਣ ਤਿੰਨ ਬ੍ਰਹਮ ਦੇ ਹੈ। ਉਹ ਸਤ ਸਰੂਪ ਹੈ, ਚਿੱਤ ਚੇਤਨ ਸਰੂਪ ਹੈ, ਤੇ ਆਨੰਦ ਸਰੂਪ ਹੈ। ਮਾਇਆ ਜੜ ਰੂਪ ਹੈ, ਦੁੱਖ ਰੂਪ ਹੈ, ਤੇ ਇਸ ਪ੍ਰਕਾਰ ਅਸਤ ਹੈ। ਇਹ ਮਾਇਆ ਦੇ ਤਿੰਨ ਲੱਖਣ ਨੇ। ਭਾਵ ਵੀ ਸਦਾ ਨਹੀਂ ਰਹਿਣ ਵਾਲੀ, ਤੇ ਇਹਦੇ ਕਰਕੇ ਜੀਵ ਸੁਖੀ ਨਹੀਂ ਹੁੰਦੇ। ਤੇ ਜੜ ਵਾ ਭਾਵ ਚੇਤਨ ਨਹੀਂ। ਚੇਤਨ ਉਦੋਂ ਹੁੰਦੀ ਜਦੋਂ ਬ੍ਰਹਮ ਦਾ ਪ੍ਰਤੀਬਿੰਬ ਇਹਦੇ ਚ ਪੈਂਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਉਹ ਜਿਹੜੀ ਤਿੰਨ ਗੁਣਾਂ ਦੇ ਅਭਿਮਾਨੀ ਦੇਵਤੇ ਆ, ਉਹਨਾਂ ਨੂੰ ਵਾਹਿਗੁਰੂ ਵੇਖਦੇ ਆ, ਪਰ ਪਰਮੇਸ਼ਰ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਇਹ ਬੜਾ ਵਡਾਣ ਅਸਚਰਜ ਹੈ ਕਿ ਉਸ ਸ਼ਕਤੀ ਦੇ ਸੋਮੇ ਦੇ ਵਿੱਚ ਨਿਗਾਹ ਨਹੀਂ ਜਾ ਰਹੀ। ਉਹੀ ਸਾਰੀ ਸ੍ਰਿਸ਼ਟੀ ਦੇ ਉਤਪਤੀ ਦਾ ਕਾਰਨ ਹੈ। ਮਹਾਰਾਜ ਕਹਿੰਦੇ ਭਾਈ ਸਾਡਾ ਤਾਂ ਉਹਦੇ ਤੇ ਨਿਸ਼ਾਨਾ ਹੈ, ਉਹਦੇ ਵਾਹਿਗੁਰੂ ਵਿੱਚ ਸਾਡੀ ਨਿਗਾਹ ਹੈ, ਅਸੀਂ ਹੋਰ ਕਿਸੇ ਨੂੰ ਨਹੀਂ ਜਾਣਦੇ ਕੁਛ ਕਰਨ ਵਾਲਾ। ਪਰਮੇਸ਼ਰ ਤੋਂ ਸਭ ਦੀ ਉਤਪਤੀ ਹੈ, ਇਸ ਕਰਕੇ ਉਸ ਬ੍ਰਹਮ ਨੂੰ ਆਦੇਸ਼ ਤੇ ਸਹਿ ਆਦੇਸ਼, ਉਸ ਵਾਹਿਗੁਰੂ ਨੂੰ ਸਾਡੀ ਮਹਾਰਾਜ ਕਹਿੰਦੇ ਆਦੇਸ਼ ਨਮਸਕਾਰ ਹੈ। ਜਿਹੜਾ ਆਦ ਨਹੀਂ ਪਾਇਆ ਜਾ ਸਕਦਾ ਕਿ ਕਦੋਂ ਕੁ ਉਹਦਾ ਜਨਮ ਹੋਇਆ ਸੀਗਾ, ਉਹ ਕਦੋਂ ਕੁ ਦਾ ਹੈ, ਇਹ ਨਹੀਂ ਜਾਣਿਆ ਜਾ ਸਕਦਾ। ਫਿਰ ਹੱਦ ਤੋਂ ਰਹਿਤ ਹੈ, ਫਿਰ ਮਹਾਰਾਜ ਕਹਿੰਦੇ ਗਿਣਤੀ ਤੋਂ ਰਹਿਤ ਹੈ, ਤੇ ਨਾਸ਼ ਤੋਂ ਵੀ ਰਹਿਤ ਹੈ। ਉਹ ਅਬਨਾਸੀ ਹੈ, ਸਦਾ ਰਹਿਣ ਵਾਲਾ ਹੈ। ਜੁਗ ਜੁਗ ਏਕੋ ਵੇਸ, ਜੁਗਾਂ ਜੁਗੰਤਰਾਂ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਉਹਦਾ ਇੱਕੋ ਹੀ ਸਰੂਪ ਹੈ। ਮਾਇਆ ਪ੍ਰਣਾਮ ਭਾਵ ਨੂੰ ਪ੍ਰਾਪਤ ਹੁੰਦੀ ਹੈ, ਵਾਹਿਗੁਰੂ ਜੀ ਪ੍ਰਣਾਮ ਭਾਵ ਨੂੰ, ਭਾਵ ਬਦਲਾਵ ਨੂੰ ਪ੍ਰਾਪਤ ਨਹੀਂ ਹੁੰਦੇ। ਇੱਕੋ ਜਿਹੇ ਰਹਿੰਦੇ ਆ, ਮਾਇਆ ਇੱਕ ਜੀ ਨਹੀਂ ਰਹਿੰਦੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਹੈ ਇਸ ਪੌੜੀ ਦੇ ਅੰਦਰ ਸ੍ਰਿਸ਼ਟੀ ਦੀ ਉਤਪਤੀ, ਇਹ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਦੇ ਬੇਨਤੀ ਕਰਨ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸੀ ਹੈ। ਜਦੋਂ ਗਿਆਨ ਦ੍ਰਿਸ਼ਟੀ ਖੁੱਲ੍ਹਦੀ ਹੈ, ਉਦੋਂ ਜੀਵ ਦੀ ਨਿਗਾਹ ਇੱਕ ਵਾਹਿਗੁਰੂ ਤੇ ਜਾਂਦੀ ਹੈ। ਨਹੀਂ ਤਾਂ ਆਪਣੇ ਆਪ ਨੂੰ ਜੀਵ ਕਰਤਾ ਮੰਨਦਾ। ਤੇ ਅੱਜ 12ਵੀਂ ਅਸ਼ਟਪਦੀ ਦੀ ਕਥਾ ਚੱਲ ਰਹੀ ਹੈ ਤਖਤ ਸਾਹਿਬ ਤੇ ਉਹਦੇ ਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਜਿਹੜਾ ਆਪਣੇ ਆਪ ਨੂੰ ਕਰਤਾ ਮੰਨ ਲੈਂਦਾ ਹੈ, ਉਹਦੀ ਬਾਬਤ ਮਹਾਰਾਜ ਨੇ ਦੱਸਿਆ ਭਾਈ ਆਪਣੇ ਆਪ ਨੂੰ ਕਰਤਾ ਮੰਨਣੇ ਕਰਕੇ ਜੀਵ ਨੂੰ ਆਉਣ ਜਾਣ ਦੇ ਚੱਕਰਾਂ ਵਿੱਚ ਸਦਾ ਹੀ ਫਸੇ ਰਹਿਣਾ ਪੈਂਦਾ। ਭਾਵ ਇੱਥੇ ਫਸਿਆ ਰਹਿੰਦਾ। ਫਿਰ ਜਦੋਂ ਆਪ ਕਰਤਾ ਨਹੀਂ ਬਣਦਾ, ਕਰਤਾ ਪੁਰਖ ਵਾਹਿਗੁਰੂ ਨੂੰ ਸਾਰੇ ਕਾਰਜਾਂ ਦੇ ਕਰਨ ਵਾਲਾ ਜਾਣਦਾ ਹੈ, ਤਾਂ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਦੋਂ ਇਹਦੇ ਬੰਧਨ ਟੁੱਟਦੇ ਆ ਤੇ ਵਾਹਿਗੁਰੂ ਵਿੱਚ ਇਸ ਦੀ ਨਿਗਾਹ ਚਲੀ ਜਾਂਦੀ ਹੈ। ਜਦੋਂ ਪਰਮੇਸ਼ਰ ਦੇ ਸਰੂਪ ਨੂੰ ਤੱਕਦਾ ਹੈ ਤਾਂ ਉਦੋਂ ਸਤਿਗੁਰੂ ਜੀ ਕਹਿੰਦੇ ਭਾਈ ਫਿਰ ਇਹ ਨਿਹਾਲ ਹੁੰਦਾ। ਤੋ ਪੌੜੀਆਂ ਛੋਟੀਆਂ ਹੋਣ ਕਰਕੇ ਆਪਾਂ ਇਹਦਾ ਥੋੜਾ ਵਿਸਥਾਰ ਵੀ ਕੀਤਾ, ਤੇ ਜੇ ਅੱਗੇ ਹੋਰ ਪੌੜੀ ਛੋਟੀ ਆਏਗੀ ਫਿਰ ਇੱਕ ਦਿਨ ਚ ਆਪਾਂ 2 ਪੌੜੀਆਂ ਵੀ ਕਰ ਲਾਂਗੇ, ਪਰ ਅੱਜ ਆਪਾਂ ਇੱਕੋ ਹੀ ਕੀਤੀ ਹੈ ਪੌੜੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਪਵਿੱਤਰ ਉਪਦੇਸ਼ ਸਾਡੇ ਹਿਰਦੇ ਚ ਵਸੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਦੇ ਅਰਥ ਇਕਾਗਰਤਾ ਨਾਲ ਸੁਣੀਏ। ਜਦੋਂ ਭਾਵੇਂ ਵੇਖੋ ਗੁਰਮੁਖਾਂ ਨੇ ਉਪਰਾਲਾ ਕੀਤਾ, ਮੇਰੇ ਭਾਵੇਂ ਸਾਹਮਣੇ ਕੋਈ ਨਹੀਂ ਹਨਾ, ਤੇ ਪਰ ਫਿਰ ਵੀ ਮੈਂ ਇਹ ਭਾਵਨਾ ਕਰਕੇ ਫਿਰ ਤੁਸੀਂ ਸਾਰੇ ਸੁਣਦੇ ਆ ਤੇ ਲਾਭ ਮਿਲੇਗਾ ਤੁਹਾਨੂੰ ਸੰਗਤ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਜੁੜਾਂਗੇ, ਸਰੀਰਕ ਦੁੱਖਾਂ ਤੋਂ, ਮਾਨਸਿਕ ਦੁੱਖਾਂ ਤੋਂ ਸਾਡਾ ਛੁਟਕਾਰਾ ਹੋਏਗਾ। ਮਹਾਰਾਜ ਸਾਹਿਬ ਦੇ ਵਿੱਚ ਸਾਡਾ ਭਰੋਸਾ ਬਣੇਗਾ, ਮਨੁੱਖਾ ਜਨਮ ਦੀ ਸਫਲਤਾ ਹੋਵੇਗੀ।
ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਾਂਗੇ। ਤੇ ਜੇ ਆਪਾਂ ਕਹੀਏ ਵੀ ਮੈਂ ਤਾਂ ਦੂਰ ਬੈਠਾ ਇੱਥੇ ਹੁਣ ਕਥਾ ਕਰ ਰਿਹਾ ਤੇ ਤੁਸੀਂ ਫੋਨ ਤੇ ਸੁਣਦੇ ਇਕਾਗਰ ਨਾ ਹੋਵੋ, ਜੇ ਤਾਂ ਘਰ ਦਾ ਕੰਮ ਵੀ ਨਾਲ ਨਾਲ ਕਰੀਏ ਤੇ ਕੀਰਤਨ ਤਾਂ ਸੁਣ ਸਕਦੇ ਹਾਂ ਜਦੋਂ ਬਿਰਤੀ ਉਹ ਵੀ ਇਕਾਗਰ ਹੋ ਜੇ ਬਹੁਤ ਜ਼ਿਆਦਾ। ਵਾਹਿਗੁਰੂ ਵਾਹਿਗੁਰੂ ਮੁਖ ਨਾਲ ਕਰਦਿਆਂ ਕੀਰਤਨ ਸੁਣ ਲਈਦਾ, ਪਰ ਜਦੋਂ ਕਥਾ ਸੁਣਨੀ ਆ ਤਾਂ ਬਹੁਤ ਇਕਾਗਰ ਹੋਣਾ ਪੈਂਦਾ, ਨਹੀਂ ਤੇ ਅਰਥ ਨਹੀਂ ਸਮਝ ਪੈਂਦੇ। ਅਰਥ ਤਾਂ ਸਮਝ ਪੈਂਦੇ ਆ ਜੇ ਸਾਡੀ ਚਿੱਤ ਦੀ ਬਿਰਤੀ ਇਕਾਗਰ ਹੋ ਜਾਵੇ, ਟਿਕ ਜਾਵੇ। ਤੇ ਜਦੋਂ ਬਖਤੇ ਦੇ ਮਨ ਦੇ ਵਿੱਚ ਹੋਵੇ ਵੀ ਸਰੋਤਾ ਟਿਕ ਕੇ ਸੁਣ ਰਿਹਾ, ਤਾਂ ਫਿਰ ਬਖਤੇ ਨੂੰ ਵੀ ਰਸ ਆਉਂਦਾ ਤੇ ਬੋਲਣ ਵਾਲੇ ਦਾ ਵੀ ਮਨ ਟਿਕ ਜਾਂਦਾ ਤੇ ਸਰੋਤੇ ਦਾ ਵੀ ਟਿਕ ਜਾਂਦਾ। ਤੇ ਇਸ ਕਰਕੇ ਆਪਦੇ ਚਰਨਾਂ 'ਚ ਬੇਨਤੀ ਹੈ, ਜੇ ਗੁਰਮੁਖਾਂ ਨੇ ਉਪਰਾਲਾ ਕੀਤਾ ਤੇ ਬਈ ਤੁਸੀਂ ਇਹਦਾ ਜ਼ਰੂਰ ਲਾਹਾ ਲਓ। ਸ੍ਰੀ ਜਪਜੀ ਸਾਹਿਬ ਦੀ ਸੁੱਧ ਬਾਣੀ ਪੜ੍ਹਨ ਦਾ ਕਿੱਡਾ ਵੱਡਾ ਲਾਭ ਹੈ। ਜਿੱਦਣ ਸਮਾਪਤੀ ਹੋਵੇਗੀ ਉਦਣ ਆਪਾਂ ਸ੍ਰੀ ਜਪਜੀ ਸਾਹਿਬ ਦੀ ਮਹਿਮਾ ਤੇ ਮਹਾਰਾਜ ਜੀ ਨੇ ਜੋ ਬਾਣੀ ਪੜ੍ਹਨ ਦੀ ਸਤਿਗੁਰਾਂ ਜੀ ਨੇ ਆਗਿਆ ਕੀਤੀ ਹੈ, ਇਹ ਤੇ ਵੀ ਆਪਾਂ ਇੱਕ ਦਿਨ ਟਾਈਮ ਜ਼ਰੂਰ ਲਾਵਾਂਗੇ। ਤੋਂ 30 ਪੌੜੀਆਂ ਹੋ ਗਈਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਗੇ ਫਿਰ ਆਪਾਂ ਕੱਲ ਨੂੰ ਜਿਹੜੀ ਹੈ ਉਹ 31ਵੀਂ ਪੌੜੀ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।